ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਹਾਜ਼ਰ ਨਾਜ਼ਰ ਸਤਿਗੁਰੂ ਪ੍ਰਗਟ ਹੁਰਾਂ ਕੀ ਦੇ ਸਤਿਗੁਰੂ ਰਾਜਾਨ ਰਾਜ ਪਾਨਾਨ ਭਾਨ ਦੀਵਾਨ ਦੇਵ ਉਪਮਾ ਮਹਾਨ ਪ੍ਰਤੱਖ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਚਰਨ ਸ਼ਰਨ ਦੇ ਅੰਦਰ ਸਰਬੰਸ ਦਾਨੀ ਮਰਦ ਅਗੰਬੜੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੀ ਸ਼ਹਿਨਸ਼ਾਹ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਪਨੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਘਰ ਪਹੁੰਚ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹਜ਼ੂਰੀ ਰਾਗੀ ਜਥੇ ਪਾਸੋਂ ਬਹੁਤ ਪਿਆਰ ਸਤਿਕਾਰ ਸਹਿਤ ਸ੍ਰੀ ਆਸਾ ਜੀ ਕੀ ਵਾਰ ਦੀ ਸੰਪੂਰਨ ਕੀਰਤਨ ਬੜੀ ਸ਼ਰਧਾ ਭਾਵਨਾ ਸਹਿਤ ਸੰਗਤ ਨੇ ਸਰਵਣ ਕੀਤੇ ਹਨ ਔਰ ਉਪਰੰਤ ਚੱਲ ਰਹੀ ਲੜੀਵਾਰ ਪਾਵਨ ਸਲੋਕਾਂ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਹੋਈ ਵਾਰਾਂ ਤੇ ਵਧੀਕ ਬਾਣੀ ਦੇ ਅੰਦਰੋਂ ਨੌਵੇਂ ਪਾਤਸ਼ਾਹ ਠੀਕ ਰਫੂਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੁਆਨ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਟੋ ਬੜੂ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਮਹਾਨ ਸਤਿਗੁਰਾਂ ਦੀ ਰਸਨਾ ਤੋਂ ਦਿੱਲੀ ਦੇ ਅੰਦਰ ਚਾਂਦਨੀ ਚੌਂਕ 'ਚ ਉਚਾਰੇ ਹੋਏ ਭੋਗ ਦੇ ਸ਼ਲੋਕ ਜਿਨ੍ਹਾਂ ਦੀ ਵਿਚਾਰ ਆਪਾਂ ਕੁਝ ਦਿਨਾਂ ਤੋਂ ਕਰਦੇ ਆ ਰਹੇ। ਦਾਸ ਫਿਰ ਬੇਨਤੀ ਕਰੇਗਾ ਜੇ ਧਿਆਨ ਨਾਲ ਗੁਰਮੁਖੋ ਬਾਣੀ ਨੂੰ ਪੜ੍ਹਾਂਗੇ ਸੁਣਾਂਗੇ ਸਮਝਾਂਗੇ ਸੁਮਾਵਾਂਗੇ ਕਮਾਵਾਂਗੇ ਤੇ ਸ਼ਲੋਕਾਂ ਦੀ ਇੱਕ ਲੜੀ ਹੈ। ਇਹ ਆਪਾਂ ਨੂੰ ਕਈ ਵਾਰੀ ਹੁੰਦਾ ਬੱਚੇ ਸਕੂਲ 'ਚ ਪੜ੍ਹਦੇ ਆ ਨਾ ਤੇ ਸਟੈਪ ਬਾਏ ਸਟੈਪ ਪਹਿਲੀ ਕਲਾਸ ਦੂਸਰੀ ਤੀਸਰੀ ਫਿਰ ਉਹ ਅੱਗੇ ਅੱਗੇ ਵੱਧਦੇ ਇੱਕ ਦਿਨ ਬਹੁਤ ਗਿਆਨ ਹਾਸਲ ਕਰ ਲੈਂਦੇ ਆ ਉੱਚ ਵਿਦਿਆ ਉਹਨਾਂ ਨੂੰ ਪ੍ਰਾਪਤ ਹੁੰਦੀ। ਇਸੇ ਤਰ੍ਹਾਂ ਮਹਾਰਾਜ ਨੇ ਭੋਗ ਦੇ ਸ਼ਲੋਕਾਂ 'ਚ ਸਟੈਪ ਬਾਏ ਸਟੈਪ ਗੱਲ ਕੀਤੀ। ਮਹਾਰਾਜ ਨੇ ਪਹਿਲਾਂ ਕਿਹਾ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਣ। ਗੁਣ ਗਾਉਣੇ ਨੇ ਤੇ ਗਾਉਣੇ ਇਸ ਤਰ੍ਹਾਂ ਹੈ ਜਿਹੇ ਬਿੰਦ ਜਲ ਕੋ ਮੀਣ ਮੱਛੀ ਪਾਣੀ ਨਾਲ ਪਿਆਰ ਇਸ ਤਰ੍ਹਾਂ। ਫਿਰ ਅਗਲੀ ਗੱਲ ਕਹਿ ਦਿੱਤੀ ਬਿਖਜਣ ਸਿਓ ਕਾਹੇ ਰਚਿਓ। ਫਿਰ ਮਹਾਰਾਜ ਨੇ ਅਗਲੀ ਗੱਲ ਕਹੀ ਸੀ ਤਰਨਾਪੂ ਇਉਂ ਹੀ ਗਏ ਵਿਸ਼ੇ ਵਿਕਾਰਾਂ 'ਚ ਪੈ ਗਏ ਜਵਾਨੀ ਤੇਰੀ ਲੰਘਦੀ ਜਾਂਦੀ ਐਵੇਂ ਹੀ ਲੰਘ ਗਈ। ਫਿਰ ਮਹਾਰਾਜ ਨੇ ਕਿਹਾ ਸੀ ਬਿਰਧ ਭਇਓ ਸੂਝੇ ਨੇ ਬੁੱਢਾ ਹੋ ਗਿਆ ਸਮਝ ਤੈਨੂੰ ਆਈ ਕੋਨੀ ਕਿਸ ਵਾਸਤੇ ਸੰਸਾਰ ਤੇ ਆਏ ਹਾਂ। ਫਿਰ ਮਹਾਰਾਜ ਨੇ ਅਗਲੀ ਗੱਲ ਚੇਤੇ ਕਰਾਈ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਣ। ਤੂੰ ਪਰਿਵਾਰ ਨੂੰ ਆਪਣਾ ਕਰਕੇ ਧਨ ਜਾਇਦਾਦ ਨੂੰ ਮੰਨੀ ਬੈਠਾ। ਫਿਰ ਮਹਾਰਾਜ ਨੇ ਅਗਲੀ ਬਚਨ ਕਹੇ ਸਨ ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੀ। ਫਿਰ ਮਹਾਰਾਜ ਨੇ ਸਾਨ ਚੇਤੇ ਕਰਾਏ ਤਨ ਧਨ ਜੇ ਤੋ ਕਉ ਦਿਓ ਤਨ ਧਨ ਸੰਪੈ ਸੁਖ ਦਿਓ। ਜਿਹਨੇ ਸਭ ਕੁਝ ਦਿੱਤਾ ਸੁਖ ਦਿੱਤੇ ਧਨ ਦਿੱਤਾ ਆਰ ਜਿਹ ਨੀਕੇ ਧਾਮ ਜਿਹਨੇ ਸੋਹਣਾ ਕਰ ਦਿੱਤਾ। ਫਿਰ ਮਹਾਰਾਜ ਨੇ ਅਗਲੇ ਬਚਨ ਕਹੇ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ। ਸਾਰੇ ਸੁਖ ਦੇਣ ਵਾਲੋ ਦਾਤਾ ਰਾਮ ਹੀ ਜਿਹੜਾ ਰਮਿਆ। ਫਿਰ ਮਹਾਰਾਜ ਨੇ ਕੱਲ ਕਿਹਾ ਜਿਹੇ ਸਿਮਰਤ ਗਤ ਪਾਈ ਹੈ ਉਹਨੂੰ ਸਿਮਰੇਗਾ ਆਤਮਿਕ ਅਵਸਥਾ ਮਿਲੇਗੀ।
ਤੇ ਅਗਲੇ ਬਚਨ ਕਹੇ ਔਦ ਘਟਤ ਹੈ ਨੀਤ, ਉਮਰ ਤੇਰੀ ਘਟਦੀ ਹੈ। ਅੱਜ ਮਹਾਰਾਜ ਨੇ ਫਿਰ ਸਾਡੇ ਸਰੀਰ ਦੀ ਗੱਲ ਕੀਤੀ, ਪਾਂਚ ਤਤ ਕੋ ਤਨ ਰਚਿਓ। ਉਹ ਬੰਦਿਆ ਪੰਜ ਤੱਤਾਂ ਦਾ ਤੇਰਾ ਸਰੀਰ ਰਚਿਆ। ਗੁਰਮੁਖੋ ਇਹ ਮਨੁੱਖਾ ਜਨਮ ਬੇਸ਼ੁਮਾਰ ਕੀਮਤੀ ਹੈ। ਇਸ ਗੱਲ ਦੀ ਸਾਨੂੰ ਸੋਝੀ ਆ ਜੇ, ਸਮਝ ਪੈ ਜੇ, ਰੱਬ ਨੂੰ ਜਪੇ ਗਾਓ, ਸਵਾਸ ਕਿੰਨੇ ਕੁ ਕੀਮਤੀ ਹੈ। ਇਹ ਜਿਹੜਾ ਦੁਰਲੱਭ ਜਨਮ ਪਾਇਓ, ਇਹ ਸਾਨੂੰ ਮਿਲਿਆ ਹੈ, ਕਿੰਨਾ ਕੁ ਕੀਮਤੀ ਹੈ। ਜੇ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈ, ਉਹ ਰੱਬ ਦੀ ਬੰਦਗੀ ਨਹੀਂ ਕਰੇਗਾ ਕਦੇ ਵੀ। ਜਿਹਨੂੰ ਇਸ ਗੱਲ ਦੀ ਸਮਝ ਨਹੀਂ ਹੈ, ਬਨ ਫਲ ਪਾ ਕੇ ਭੂਏ ਗਿਰੇ, ਪੱਕੇ ਫਲ ਦੀ ਤਰ੍ਹਾਂ ਮਨੁੱਖਾ ਜਨਮ ਜਿਹੜਾ ਇੱਕ ਵਾਰੀ ਡਿੱਗ ਪਿਆ, ਹੱਥੋਂ ਨਿਕਲ ਗਿਆ, ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਇਹਲਾ ਜਨਮ ਗਵਾਇਆ, ਉਹ ਜਨਮ ਵਿਅਰਥ ਨਹੀਂ ਜਾਣ ਦੇਗਾ। ਤੇ ਜਿਹਨੂੰ ਸਮਝ ਨਹੀਂ, ਫਿਰ ਤੇ ਇਹਲਾ ਜਨਮ ਗਵਾਇਆ, ਫਿਰ ਤੇ ਧੰਦਾ ਕਰਤਿਆਂ ਨੇਹ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਬਹੁਤੇ ਲੋਕਾਂ ਨੂੰ ਐ ਵੀ ਅਸੀਂ ਧੰਦਾ ਕਰਨੀ ਆਏ ਆ ਸੰਸਾਰ ਦੇ ਉੱਪਰ, ਜ਼ਮੀਨ ਬਣਾ ਦਿਓ 4 ਕਿੱਲੇ ਪ੍ਰੋਪਰਟੀ ਜਾਇਦਾਦ ਪੁੱਤਰਾਂ ਨੂੰ ਬਣਾ ਦਿਓ, ਬਸ ਸ਼ਾਇਦ ਇਸ ਵਾਸਤੇ ਆਏ ਆ। ਜਿੰਨਾ ਚਿਰ ਸੋਝੀ ਨਹੀਂ ਹੈ ਉਹਨਾਂ ਚਿਰ ਬੰਦਗੀ ਵੀ ਨਹੀਂ ਹੈ। ਮਹਾਰਾਜ ਨੇ ਅੱਜ ਬਚਨ ਕੇ ਪੰਜਾਂ ਤੱਤਾਂ ਦਾ ਸਾਡਾ ਸਰੀਰ ਬਣਿਆ। 5 ਤੱਤ ਉਹਨੇ ਇਕੱਠੇ ਕੀਤੇ, ਸਰੀਰ ਬਣਿਆ। ਉਹ 5 ਤੱਤ ਨੇ ਮਿੱਟੀ, ਆਕਾਸ਼, ਅੱਗ, ਹਵਾ ਤੇ ਪਾਣੀ। ਵੈਸੇ ਆਪਾਂ ਬੇਨਤੀ ਇਸ ਵਿਸ਼ੇ ਤੇ ਕਈ ਵਾਰੀ ਕਰ ਚੁੱਕੇ ਆ। 5 ਤੱਤਾਂ ਦਾ ਸਰੀਰ ਬਣਿਆ, 5 ਤੱਤ ਇਕੱਠੇ ਨੇ, ਉਹਨੇ ਸਾਨੂੰ ਬਣਾ ਦਿੱਤਾ। ਜਾਂ ਭਗਤ ਕਬੀਰ ਜੀ ਨੇ ਕਿਹਾ, ਕਬੀਰ ਧੂਰ ਸਕੇਲ ਕੇ ਪੁਰੀਆਂ ਬੰਨ੍ਹਦੀ ਦੇ। ਉਹਨੇ ਮਿੱਟੀ ਨੂੰ ਇਕੱਠਾ ਕਰਕੇ ਨਾ ਦੇਹ ਬੰਨ੍ਹ ਦਿੱਤੀ ਹੈ। 5 ਤੱਤ ਇਕੱਠੇ ਕੀਤੇ, ਸਰੀਰ ਬਣਿਆ। ਔਰ ਮਹਾਰਾਜ ਇਹ ਵੀ ਗੱਲ ਕਹਿੰਦੇ, 5 ਤੱਤ ਖਿੰਡ ਜਾਣੇ ਨੇ ਇੱਕ ਦਿਨ, ਮਾਟੀ ਮਾਟੀ ਹੋਈ ਏਕ। ਇਹ ਸਰੀਰ ਅੱਜ ਸਲਾਮਤ ਹੈ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਗੱਲ ਕਹੀ, ਅੱਗੇ ਜਾ ਕੇ ਆਪਾਂ ਬਚਨ ਸਾਂਝੇ ਵੀ ਕਰਨੇ ਆ, ਜੋ ਉਪਜਿਓ ਸੋ ਬਿਨਸ ਹੈ। ਇਕੱਲਾ ਸਰੀਰ ਹੀ ਨਹੀਂ ਸਾਡਾ, ਜੋ ਵੀ ਕੁਝ ਹੈ ਉਹ ਖਤਮ ਹੋਣ ਵਾਲਾ। ਜੋ ਕੁਝ ਵੀ ਹੈ, ਉਹ ਬਿਲਡਿੰਗ ਹੈ, ਉਹ ਧਰਤੀ ਹੈ, ਉਹ ਆਕਾਸ਼ ਹੈ, ਜੋ ਦਿਸਦਾ ਉਹ ਇੱਕ ਦਿਨ ਖਤਮ ਹੋਣਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਅੱਜ ਕੱਲ ਨੂੰ ਸਭ ਕੁਝ ਖਤਮ ਹੋਣ ਵਾਲਾ ਹੈ। ਮਹਾਰਾਜ ਨੇ ਕਿਹਾ ਨਾ, ਝੂਠ ਹੈ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਜੇ ਮੀਤ। ਇਹਨਾਂ ਬਚਨਾਂ ਦੀ ਵੈਸੇ ਸ਼ਲੋਕਾਂ ਦੀ ਵਿਚਾਰ ਆਪਾਂ ਨੇ ਅੱਗੇ ਜਾ ਕੇ ਕਰਨੀ ਹੈ। ਮਹਾਰਾਜ ਕਹਿੰਦੇ ਹੈ, ਇਹ ਮਿੱਟੀ ਦਾ ਸਰੀਰ ਬਣਿਆ। ਬਹੁਤ ਜਗ੍ਹਾ ਤੇ ਮਹਾਰਾਜ ਨੇ ਗੱਲ ਕਹੀ, ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਉ। ਮਨੁੱਖ ਨਾ ਅਸੀਂ ਰੱਖਿਆ, ਆਦਮੀ ਕਹਿ ਲਓ, ਬੰਦਾ ਕਹਿ ਲਓ, ਮਨੁੱਖ ਕਹਿ ਲਓ, ਇਹਦਾ ਅਰਥ ਹੈ ਕਿ ਬਣੇ ਤੇ ਮਿੱਟੀ ਤੋਂ ਹੀ ਹੈ। ਉਹ ਮਹਾਰਾਜ ਕਹਿੰਦੇ ਜਿਹੜੀ એનર્ਜੀ ਹੁਣ ਅਸੀਂ ਆਖੀ, ਅਸੀਂ ਮਾਂ ਪਿਓ ਦੇ ਸੰਯੋਗ ਨਾਲ ਮਿੱਟੀ ਤੋਂ ਕਿਵੇਂ, ਜਿੰਨੀ ਵੀ એનર્ਜੀ ਸਾਨੂੰ ਮਿੱਟੀ ਚੋਂ ਮਿਲਦੀ ਹੈ, ਸਾਡੀ ਉਪਜ ਮਿੱਟੀ ਚੋਂ। ਤੋਇਓ ਅੰਨ ਕਮਾਦ ਕਪਾਹਾਂ, ਤੋਇਓ ਤੇਰੇ ਭਵਨ ਕਰਨਾ, ਸਾਰਾ ਕੁਝ ਸਾਨੂੰ ਧਰਤੀ ਚੋਂ ਮਿਲਦਾ ਹੈ। ਤੇ ਮਹਾਰਾਜ ਨੇ 5 ਤੱਤ ਇਕੱਠੇ ਕੀਤੇ ਹੈ। ਅੱਜ ਅਸੀਂ ਜਿਉਂਦੇ ਆ, ਕੱਲ ਨੂੰ ਅਸੀਂ ਨਹੀਂ ਹੋਣਾ, ਕਿਸੇ ਨੇ ਵੀ ਨਹੀਂ ਹੋਣਾ। ਅੱਜ ਤੋਂ ਜੇ ਆਪਾਂ 100 ਸਾਲ ਪਿੱਛੇ ਗੱਲ ਕਰੀਏ, 1922 ਦੀ ਗੱਲ ਕਰੀਏ, ਅਸੀਂ ਨਹੀਂ ਸੋਚ ਸਕਦੇ। ਚਲੋ ਕੋਈ ਹੋ ਸਕਦਾ ਕਿਸੇ ਦੀ ਬਹੁਤੀ ਉਮਰ ਹੋਵੇ, ਉਹ ਉਸ ਸਮੇਂ ਜਨਮ ਵਾਲਾ ਜੋ ਹੋਵੇ ਸੰਸਾਰ ਤੇ, ਅਸੀਂ ਨਹੀਂ ਸਾਂ। ਸੰਸਾਰ ਤੇ ਬਹੁਤ ਲੋਕ ਸਨ, ਅੱਜ ਨਹੀਂ ਹੈ, ਅੱਜ ਅਸੀਂ ਹੈ। ਜਦੋਂ ਹੁਣ 2100 ਗਾਂ 22 ਆਏਗਾ, ਉਦੋਂ ਫਿਰ ਅਸੀਂ ਨਹੀਂ ਹੋਣਾ ਸੰਸਾਰ ਦੇ ਉੱਪਰ। ਬਣ ਕੇ ਢੱਠ ਕੇ ਫਿਰ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਉਹਨੇ ਅਨੇਕਾਂ ਤਰੀਕਿਆਂ ਨਾਲ ਸਾਜ ਦਿੱਤੇ। ਤੱਤ ਮਿੱਟੀ ਹੈ, ਮਿੱਟੀ ਦਾ ਜੋ ਕੁਝ ਮਰਜ਼ੀ ਬਣਾ ਲਓ। ਆ ਜਿਹੜੀਆਂ ਕਈ ਵਾਰੀ ਮੂਰਤੀਆਂ ਬਣੀਆਂ ਦਿਸਦੀਆਂ ਮਿੱਟੀ ਦੀਆਂ, ਉਹ ਤੁਸੀਂ ਕੁਝ ਵੀ ਬਣਾ ਲਓ, ਮਿੱਟੀ ਦਾ ਬਣਾ ਸਕਦੇ ਆ। ਬੰਦੇ ਦੀ ਸ਼ਕਲ ਦਾ ਆਕਾਰ ਬਣਾ ਲਓ, ਕਿਸੇ ਦੇਵੀ ਦੇਵਤੇ ਦੀ ਮੂਰਤੀ ਬਣਾ ਲਓ ਮਿੱਟੀ ਨਾਲ। ਹੋਰ ਬਹੁਤ ਮਕਾਨ ਵੀ ਮਿੱਟੀ ਨਾਲ ਬਣਦੇ, ਸਭ ਕੁਝ ਮਿੱਟੀ ਤੋਂ। ਇੱਕ ਵਾਰੀ ਉਹ ਸਾਨੂੰ ਚੀਜ਼ ਅੱਡਰੀ ਦਿਸਦੀ ਹੈ ਜ਼ਰੂਰ। ਮੰਨ ਲਓ ਕਿਸੇ ਨੇ ਮਿੱਟੀ ਦਾ ਮਕਾਨ ਬਣਾਇਆ, ਉਹ ਥੱਲੇ ਉਹ ਮਿੱਟੀ ਨਾਲੋਂ ਸਾਨੂੰ ਵੈਸੇ ਅੱਡ ਬਿਲਡਿੰਗ ਬਣੀ ਰਹੀ, ਉਹ ਸਾਨੂੰ ਅੱਡ, ਆ ਵੀ ਮਿੱਟੀ ਦੀ ਬਿਲਡਿੰਗ ਹੀ ਹੈ। ਮਿੱਟੀ 'ਚੋਂ ਜੋ ਕੁਝ ਪੈਦਾ, ਸਮਾਂ ਆਏਗਾ ਬਹੁਤ ਲੰਮਾ ਸਮਾਂ ਜਾ ਕੇ ਫਿਰ ਮਾਟੀ ਹੋਈ ਇੱਕ ਹੋਏਗੀ। ਫਿਰ ਉਸੇ ਤਰ੍ਹਾਂ
ਸਤਿਗੁਰੂ ਸਾਨੂੰ ਬਚਨ ਕਰਦੇ ਬਣਿਆ ਅੱਜ ਤੇਰੇ ਕੋਲ ਸਮਾਂ ਹੈ। ਅਸੀਂ ਨਾ ਵੇਖੋ ਸਰੀਰ ਲੈ ਕੇ ਆਏ, ਅੱਜ ਜਿਉਂਦੇ ਆ, ਉਹਨੇ ਪੰਜ ਤੱਤ ਇਕੱਠੇ ਕਰ ਦਿੱਤੇ। ਜਦੋਂ ਪੰਜ ਤੱਤ ਖਿੰਡ ਗਏ ਨਾ, ਬਚਨ ਬਹੁਤ ਵਾਰੀ ਰਾਮਕਲੀ ਰਾਗ ਦੇ ਵਿੱਚੋਂ ਅਸੀਂ ਸਾਂਝਾ ਕੀਤਾ, ਪਵਨੇ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਸਵਾਸ ਹਵਾ 'ਚ ਮਿਲ ਜਾਂਦੇ ਹੈ, ਜੋਤੀ ਮਹਿ ਜੋਤ ਰਲ ਜਾਇਆ। ਤਾਂ ਚਲੋ ਅੱਗੇ ਆਪਾਂ ਇੱਥੇ ਅਰਥ ਇਹ ਕਰਦੇ ਹਾਂ ਵੀ ਆਤਮਾ ਪ੍ਰਮਾਤਮਾ 'ਚ ਮਿਲ ਜਾਂਦੀ ਹੈ। ਉਹ ਜਿਹੜੀ ਜੋਤ ਉਹਨੇ ਸਰੀਰ 'ਚ ਟਿਕਾਈ ਸੀ ਨਾ, ਪਹਿਲਾਂ ਸਰੀਰ ਤਿਆਰ ਕੀਤਾ, ਫਿਰ ਉਹਨੇ ਵਿੱਚ ਜੋਤ ਟਿਕਾ ਦਿੱਤੀ। ਉਹ ਜੋਤ ਸਾਰਿਆਂ ਦੇ ਅੰਦਰ, ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ। ਪਰ ਅਗਲੇ ਗੁਰ ਸਾਖੀ ਜੋਤ ਪ੍ਰਗਟ ਹੋਏ, ਉਹ ਜੋਤ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੋਣੀ ਹੈ। ਵੈਸੇ ਇਹਦੇ ਅਰਥ ਆਪਾਂ ਅੱਗੇ ਜਾ ਕੇ ਵੀ ਕਰ ਸਕਦੇ ਹਾਂ। ਜਦੋਂ ਘਟ ਘਟ ਮੈਂ ਹਰਜੂ ਬਸੇ ਵਾਲੇ ਬਚਨ ਆਉਣਗੇ, ਜੋਤ ਸਾਰਿਆਂ 'ਚ ਘਟ ਘਟ ਝਾਰਜੂ ਬਸਦਾ, ਪਰ ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਬਖਸ਼ਿਸ਼ ਦੁਆਰਾ ਉਹ ਜੋਤ ਪ੍ਰਗਟ ਹੋਏਗੀ। ਪਤਾ ਕੀ ਇਹਦੇ ਦੋ ਅਰਥ ਨੇ, ਇੱਕ ਤੇ ਜੋਤ ਹੈ ਵੀ ਅਸੀਂ ਜਿਉਂਦੇ ਆ, ਇੱਕ ਜੋਤ ਹੈ ਵੀ ਸਾਰਿਆਂ 'ਚ ਰੱਬ ਹੈ, ਉਹ ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਗਟ ਹੋਣੀ ਹੈ। ਘਟ ਘਟ ਮੈਂ ਹਰਜੂ ਬਸੇ ਵਾਲੀ ਜਿਹੜੀ ਬਖਸ਼ਿਸ਼ ਹੈ ਨਾ, ਉਹ ਗੁਰ ਸਾਖੀ ਜੋਤ ਪ੍ਰਗਟ ਹੋਏ ਤੋਂ ਬਾਅਦ ਪ੍ਰਗਟ ਹੋਣੀ ਹੈ। ਗੁਰੂ ਦੀ ਸਿੱਖਿਆ ਮਿਲੀ, ਸੰਤਾਂ ਨੇ ਕਿਹਾ ਸਾਰਿਆਂ 'ਚ ਰੱਬ ਹੈ, ਉਹਦੇ 'ਚ ਵੀ ਮੈਨੂੰ ਰੱਬ ਦੀ ਜੋਤ ਨਜ਼ਰ ਆਈ। ਹੁਣ ਸੋਝੀ ਨਹੀਂ ਹੈ, ਹੁਣ ਨਹੀਂ, ਹੁਣ ਅੰਡਰੇ ਮੰਨਦੇ ਆ, ਉਹ ਫਲਾਣਾ ਮੈਂ ਫਲਾਣਾ। ਅਸਲ ਦੇ ਅੰਦਰ ਜਿੱਦਣ ਗੱਲ ਸਮਝ ਆਏਗੀ ਨਾ, ਫਿਰ ਮਨੁੱਖ ਕਹੇਗਾ ਏਕ ਪਿਤਾ ਏਕ ਸਕੇ ਹਮ ਬਾਰਕ। ਹੁਣ ਇਸ ਗੱਲ ਦੀ ਸੋਚੀ ਨੇ ਕਹਿੰਦਾ ਵੀ ਇਹ ਮੇਰਾ ਬਲੱਡ ਰਿਲੇਸ਼ਨ, ਇਹ ਮੇਰਾ ਆਪਣਾ, ਇਹ ਮੇਰਾ ਸਖਾ ਹੈ, ਇਹ ਪਰਾਇਆ। ਜੇ ਜਦੋਂ ਸਮਝ ਆ ਗਈ ਪਰਾਇਆ ਕੁਝ ਵੀ ਨਹੀਂ ਹੈ, ਸਿਰਫ ਮਿੱਟੀ ਤੋਂ ਬਣੇ ਹੈ, ਮਿੱਟੀ 'ਚ ਸਮਾ ਜਾਣਾ। ਜਿਵੇਂ ਨਾ ਗੁਰਮੁਖ ਵੇਖ ਲਓ, ਕਈ ਵਾਰੀ ਰੱਬ ਸਾਰਿਆਂ 'ਚ ਪ੍ਰਗਟ ਹੈ। ਚਲੋ ਦੋ ਸ਼ਲੋਕਾਂ ਨੂੰ ਮਿਲਾ ਕੇ ਆਪਾਂ ਵਿਚਾਰ ਕਰ ਰਹੇ ਹਾਂ ਜੀ। ਘਟ ਘਟ ਮੈਂ ਹਰਜੂ ਬਸੇ ਔਰ ਪਾਂਚ ਤਤ ਕੋ ਤਨ ਰਚਿਓ। ਗਾਵਾਂ ਹੈ ਨਾ, ਗਾਵਾਂ, ਉਹਨਾਂ ਦਾ ਰੰਗ ਅਨੇਕਾਂ ਤਰ੍ਹਾਂ ਦਾ ਹੋ ਸਕਦਾ। ਕੋਈ ਉਹ ਲਾਲ ਜਿਹਾ ਭਾ ਮਾਰਦੀ ਹੁੰਦੀ, ਕੋਈ ਚਿੱਟੇ ਰੰਗ ਦੀ, ਕੋਈ ਕਾਲੇ ਰੰਗ ਦੀ, ਕੋਈ ਡੱਬਾਂ ਵਾਲੀ ਹੈ। ਉਹਨਾਂ ਦਾ ਦੁੱਧ ਸਿਰਫ ਇੱਕੋ ਜਿਹਾ ਹੁੰਦਾ ਹੈ। ਗਾਵਾਂ ਦਾ ਰੰਗ ਅਲੱਗ-ਅਲੱਗ ਹੋ ਸਕਦਾ ਹੈ, ਦੁੱਧ ਉਹਨਾਂ ਦਾ ਇੱਕੋ ਜਿਹਾ। ਜਾਤੀਆਂ ਪ੍ਰਜਾਤੀਆਂ ਧਰਮ ਅਲੱਗ-ਅਲੱਗ ਸਾਨੂੰ ਨਜ਼ਰ ਆਉਂਦੇ ਆ, ਅਸਲ ਦੇ ਵਿੱਚ ਰੱਬ ਉਹਨਾਂ ਦੇ ਅੰਦਰ ਇੱਕ ਹੀ ਹੈ। ਰੱਬ ਉਹਨਾਂ ਦੇ ਅੰਦਰ ਇੱਕ ਹੈ। ਵੇਖੋ ਨੂੰ ਅਸੀਂ ਅੱਡਰੇ ਲੱਗਦੇ ਹਾਂ, ਅੱਡਰੇ ਅਸੀਂ ਸਮਝ ਰਹੇ ਹਾਂ, ਅਲੱਗ ਕੁਝ ਵੀ ਨਹੀਂ ਹੈ, ਅਲੱਗ ਕੁਝ ਵੀ ਨਹੀਂ ਹੈ। ਸਾਰਾ ਕੁਝ ਰੱਬ ਨੇ ਬਣਾਇਆ। ਗਾਵਾਂ ਅਨੇਕਾਂ ਜਾਤੀਆਂ ਪ੍ਰਜਾਤੀਆਂ ਦੀਆਂ ਹੋ ਸਕਦੀਆਂ, ਦੁੱਧ ਇੱਕ ਹੈ। ਮਨੁੱਖ ਅਨੇਕਾਂ ਤਰ੍ਹਾਂ ਲੱਗ ਸਕਦੇ, ਅਮਰੀਕਾ ਦੇ ਰਹਿਣ ਵਾਲੇ ਫਲਾਣੇ ਦੇਸ਼ ਦੇ ਨੇ, ਫਲਾਣੇ ਦੇਸ਼ ਦੇ ਨੇ, ਹੈ ਅਸੀਂ ਇੱਕ ਹੈ। ਜਿੱਦਣ ਸਮਝ ਆ ਗਈ ਉਦੋਂ ਇਹ ਬਖਸ਼ਿਸ਼ ਵਰਤਣੀ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਉਦੋਂ ਹੀ ਬਖਸ਼ਿਸ਼ ਵਰਤਣੀ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਫਿਰ ਤੇ ਲੋਕਾਂ ਨੂੰ ਵੀ ਕਹਾਂਗੇ, ਲੋਗਾ ਭਰਮ ਨਾ ਭੁੱਲੋ ਭਾਈ, ਤੁਸੀਂ ਨਾ ਭਰਮ 'ਚ ਪੈ ਜਾਓ। ਆਹੀ ਤੇ ਗੱਲ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ, ਬੁਆਈ ਤੇ ਗੱਲ ਸਮਝਾਈ ਸੀ ਮਹਾਰਾਜ ਨੇ। ਪੰਜਾਂ ਤੱਤਾਂ ਦੇ ਸਰੀਰ ਬਣੇ ਨੇ। ਉਹ ਦੂਸਰੇ ਧਰਮ ਵਾਲਿਆਂ ਦੇ ਵੀ, ਸਾਡੇ ਵੀ, ਸਾਰਾ ਕੁਝ ਉਹ ਵੱਖਰੀ ਗੱਲ। ਕਿਸੇ ਨੇ ਮੰਨੇ, ਕਹਿੰਦੇ ਚਾਰ ਤੱਤ ਹੀ ਹੈ ਜੀ, ਪੰਜ ਤੱਤ ਨਹੀਂ ਹੁੰਦੇ। ਸਾਡੇ ਗੁਰੂ ਸਾਹਿਬ ਨੇ ਕਿਹਾ ਪੰਜ ਤੱਤ ਹੈ। ਹਾਂ, ਉਹ ਪੰਜ ਤੱਤ ਤੁਹਾਨੂੰ ਕਈ ਵਾਰੀ ਸਰੀਰ 'ਚੋਂ ਪ੍ਰਗਟ ਵੀ ਹੁੰਦੇ ਆ। ਵੈਸੇ ਤੇ ਵਿਰੋਧੀ ਤੱਤ ਵੀ ਹੈਗੇ ਨੇ। ਪਾਣੀ ਤੇ ਅੱਗ, ਦੋ ਤੱਤ ਸਾਡੇ ਸਰੀਰ 'ਚ ਨੇ, ਇਹਨਾਂ ਦਾ ਸੁਮੇਲ ਕੋਈ ਨਹੀਂ ਹੈ। ਅੱਗ ਤੇ ਪਾਣੀ ਪਾ ਦਿਓ ਬੁਝ ਜਾਂਦੀ ਹੈ, ਪਰ ਇੱਥੇ ਦੋ ਚੀਜ਼ਾਂ ਉਹਨੇ ਜਿਹਦੇ 'ਚ ਤੱਤ ਦਾ ਉਹ ਥੋੜ੍ਹਾ ਜਿਹਾ ਪ੍ਰਭਾਵ ਜ਼ਿਆਦਾ ਹੁੰਦਾ, ਉਹ ਬੰਦਾ ਗੁੱਸਾ ਖੁਰ ਜ਼ਿਆਦਾ ਹੁੰਦਾ ਹੈ। ਜਿਹਦੇ 'ਚ ਪਾਣੀ ਦਾ ਪ੍ਰਭਾਵ ਜ਼ਿਆਦਾ ਹੁੰਦਾ, ਬੰਦਾ ਬਿਲਕੁਲ ਸ਼ਾਂਤ ਹੁੰਦਾ ਹੈ। ਇਹ ਤੱਤ ਸਾਨੂੰ ਕਈ ਵਾਰੀ ਬੰਦੇ ਦੀ ਬੋਲੀ ਤੋਂ ਵੀ ਪ੍ਰਗਟ ਹੁੰਦੇ ਆ। ਕਈ ਵਾਰੀ ਤੱਤ ਹੈ ਸਾਡੇ ਅੰਦਰ, ਮਿੱਟੀ, ਆਕਾਸ਼, ਅੱਗ, ਪਾਣੀ, ਹਵਾ, ਇਹ ਸਾਰੇ ਪੰਜਾਂ ਚੀਜ਼ਾਂ ਦਾ ਸੁਮੇਲ ਹੈ ਸਾਡਾ ਸਰੀਰ। ਤੇ ਮਹਾਰਾਜ ਕਹਿੰਦੇ ਨੇ ਪੰਜਾਂ ਤੱਤਾਂ 'ਚ ਇੱਕ ਦਿਨ ਮਿਲ ਜਾਣਾ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮਹਾਰਾਜ ਨੇ ਕਿਹਾ ਰੇ ਨਰ ਕਾਹੇ ਪਪੂਰੋ ਦੇਹੀ। ਚਲੋ ਇਹਦੇ ਅਰਥ ਆਪਾਂ ਕਰ ਸਕਦੇ। ਪਪੂਰੋ ਦਾ ਅਰਥ ਵੀ ਇਹਨੂੰ ਸਾਂਭਦਾ ਕਿਵੇਂ ਹੈ, ਇਹਨੂੰ ਸੰਭਾਲਦਾ ਹੈ, ਇਹਨੂੰ ਲਿੰਬਦਾ ਪੂਛਦਾ ਹੈ। ਕੈਮੀਕਲ ਲਾਉਂਦੇ ਨੇ ਲੋਕ ਸਰੀਰ ਦੇ ਉੱਪਰ। ਮਰਦ ਕਹਿੰਦੇ ਇਹ ਸਦਾ ਰਹਿਣ ਵਾਲੀ ਨਹੀਂ ਹੈ। ਊਡ ਜਾਹੇ ਉਹ ਧੂਪ ਬਾਦਰੋ, ਧੂਏ ਦਾ ਬੱਦਲ ਜਿਹੜਾ ਹੁੰਦਾ ਨਾ, ਉੱਡ ਜਾਂਦਾ ਹੈ। ਧੂਏ ਦਾ ਬੱਦਲ ਕਿੰਨਾ ਕੁ ਚਿਰ, ਅੱਗ ਬਲੀ, ਧੂਆਂ ਨਜ਼ਰ ਆਉਂਦਾ, ਹਵਾ ਆਈ ਕਿਤੇ ਲੈ ਜਾਂਦੀ। ਤੁਸੀਂ ਵੈਸੇ ਬੱਦਲ ਦੀ ਗੱਲ ਕਰ ਲਓ, ਆਉਂਦਾ ਅੱਜ ਵੀ ਬੱਦਲ ਬਣੇ ਨੇ, ਹਵਾ ਆਏਗੀ, ਇੱਥੇ ਖੜਾ ਬੱਦਲ, ਹਵਾ ਦਾ ਬੁੱਲਾ ਹੈ, ਉਹ ਅੱਗੇ ਨਿਕਲ ਜਾਂਦਾ ਬੱਦਲ।
ਮਹਾਰਾਜ ਕਹਿੰਦੇ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ, ਇਹ ਬਦਲ ਦੀ ਤਰ੍ਹਾਂ ਹੈ, ਧੂਏ ਦੇ ਬਦਲ ਦੀ ਤਰ੍ਹਾਂ। ਊੜ ਜਾਹੇ ਕੋ ਧੂਮ ਬਾਦਰੋ, ਇੱਕ ਭਾਜੋ ਰਾਮ, ਇੱਕ ਰਾਮ ਨਾਲ ਜੋੜ। ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਪੰਜ ਤੱਤ ਇਕੱਠੇ ਕਰਕੇ ਤੈਨੂੰ ਇੱਕ ਬੰਦਾ ਬਣਾ ਦਿੱਤਾ, ਤੇਰੇ ਵਿੱਚ ਆਤਮਾ ਤੈਨੂੰ ਸੋਝੀ ਦੇ ਦਿੱਤੀ। ਮਨੁੱਖ ਕੋਲ ਹੀ ਤੇ ਸਮਝ ਹੈ, ਨਹੀਂ ਤੇ ਪਸ਼ੂ ਪੰਛੀ ਅਨੇਕਾਂ ਉਹ ਭੋਗ ਜੋ ਨਹੀਂ ਭੋਗਦੇ, ਇਹ ਸਾਡੀ ਕਰਮ ਜੋ ਨਹੀਂ ਹੈ। ਮਹਾਰਾਜ ਨੇ ਬਚਨ ਕਹੇ ਤੀਨ ਸੰਗਿਆ ਕਰ ਦੇਹੀ ਕੀਨੀ, ਕਹਿੰਦੇ ਦੇਹੀ ਉਹਨੇ ਬਣਾਈ ਹੈ ਤੀਨ ਸੰਗਿਆ ਕਰ। ਸੰਗਿਆ ਦਾ ਤਿੰਨ ਤਰੀਕਿਆਂ ਨਾਲ ਇਹਨੂੰ ਫਿਰ ਸਾਂਭ ਲਿਆ ਜਾਣਾ ਦੇਹੀ ਨੂੰ। ਕਿਵੇਂ? ਜਾਂ ਤੇ ਅੱਗ 'ਚ ਇਹਨੂੰ ਪਾ ਦਿੰਦੇ ਆ, ਸਰੀਰ ਨੂੰ ਅਸੀਂ ਸੰਸਕਾਰ ਹੀ ਕਰਦੇ ਆ, ਅਨੇਕਾਂ ਤੇ ਅਸੀਂ ਗਏ ਵੀ ਹੋਵਾਂਗੇ। ਮਹਾਰਾਜ ਕਹਿੰਦੇ ਹਾੜ ਜਰੇ ਜਿਉ ਲਕੜੀ ਕਾ ਤੂਲਾ, ਕੇਸ ਜਰੇ ਜਿਉ ਘਾਸ ਕਾ ਊਲਾ। ਕਬੀਰ ਇਹੋ ਤਨ ਜਾਹੇਗਾ ਸਕੂ ਤਾਂ ਲੇਹੋ ਬਹੋਰ, ਜਾਂ ਕਹਿਤ ਕਬੀਰ ਸੁਣੋ ਮਰ ਮੇਰੇ ਇਹੀ ਹਵਾਲ ਹੋਣਗੇ। ਤੇਰੇ ਉਹ ਬੰਦੇ ਦਾ ਜਿਹੜਾ ਹਾਲ ਹੋ ਰਿਹਾ, ਤੇਰਾ ਵੀ ਇੱਕ ਦਿਨ ਇਹੀ ਹੋਣਾ। ਕਬੀਰ ਹਾੜ ਜਰੇ ਜਿਉ ਲੱਕੜੀ, ਕੇਸ ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ। ਬਸ ਕਬੀਰ ਇਹਨਾਂ ਨੂੰ ਤੇ ਵੇਖ ਕੇ ਰੱਬ ਨਾਲ ਜੁੜ ਗਿਆ, ਉਦਾਸ ਹੋ ਗਿਆ। ਕਹਿੰਦੇ ਇੱਕ ਦਿਨ ਐ ਹੀ ਹੋਣਾ, ਉਹ ਸਮਾਂ ਆਉਣ ਤੋਂ ਪਹਿਲਾਂ ਜਪਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਤੀਨ ਸੰਗਿਆ ਕਰ ਦੇਹੀ ਕੀਨੀ, ਤਿੰਨ ਤਰੀਕਿਆਂ ਨਾਲ। ਜਾਂ ਤੇ ਉਹਨੂੰ ਅੱਗ 'ਚ ਪਾ ਦੇਣਗੇ, ਸਾਹਮਣਾ ਹੀ ਰਾਖ ਬਣ ਗਿਆ ਬੰਦਾ। ਫਿਰ ਕਿਤੋਂ ਮਿੱਟੀ ਤੋਂ ਬਣਿਆ ਮਿੱਟੀ ਹੋ ਗਿਆ ਨਾ, ਰਾਖ ਉੱਡਦੀ ਫਿਰਦੀ ਹੈ, ਕਈ ਵਾਰੀ ਤੋਂ ਢੱਕ ਕੇ ਰੱਖਣੀ ਪੈਂਦੀ ਹੈ। ਜਾਂ ਫਿਰ ਇਹਨੂੰ ਪਾਣੀ 'ਚ ਰੋੜ ਦਿੰਦੇ ਆ, ਉਹ ਫਿਰ ਵੀ ਉਹ ਮੱਛੀਆਂ ਵਗੈਰਾ ਜਿਹੜੇ ਰਹਿਣ ਵਾਲੇ ਜੀਵ ਉਹ ਖਾ ਜਾਂਦੇ ਆ। ਪਾਣੀ 'ਚ ਵੀ ਸਰੀਰ ਪਾਵਾਂਗੇ। ਜਾਂ ਫਿਰ ਇਹਨੂੰ ਧਰਤੀ 'ਚ ਦੱਬਿਆ ਜਾਂਦਾ, ਧਰਤੀ 'ਚ ਦੱਬਣ ਵਾਲਾ ਵੀ ਉਹਨੂੰ ਉਹ ਕੁਦਰਤੀ ਤੌਰ ਤੇ ਕਈ ਲਾਸ਼ਾਂ ਸਾਂਭੀਆਂ ਨਹੀਂ ਗਈਆਂ। ਉਦੋਂ ਯੁੱਧ ਹੁੰਦੇ ਸਨ, ਪੁਰਾਤਨ ਸਮੇਂ ਦੀ ਗੱਲ ਕਰੀਏ, ਕੈਰੂਆਂ ਦੇ ਮਹਾਰਾਜ ਨੇ ਕਿਹਾ ਨਾ ਦੇਹੀ ਗਿਰਜ ਨਾ ਖਾਈ, ਇੰਨੀਆਂ ਲਾਸ਼ਾਂ ਸਨ। ਚਲੋ ਇਹਦੇ ਦੋ ਤਰੀਕਿਆਂ ਨਾਲ ਅਰਥ ਹੁੰਦੇ ਨੇ। ਇੱਕ ਤੇ ਕਹਿੰਦੇ ਵੀ ਉਹ ਦੇਹੀ ਗਿਰਜਾਂ ਨੇ ਖਾਧੀ, ਇੱਕ ਕਹਿੰਦੇ ਜੀ ਦੇਹੀ ਗਿਰਜ ਨਾ ਖਾਈ, ਉਹ ਦੋ ਤਰੀਕੇ ਨਾਲ। ਪਰ ਇੱਥੇ ਦੇ ਅਰਥ ਜਿਹੜੇ ਆਪਾਂ ਕਰਾਂਗੇ ਉਹਨਾਂ ਕਹਿੰਦੇ ਦੇਹੀ ਗਿਰਜਣ ਖਾਈ, ਗਿਰਜਾਂ ਨੇ ਖਾਧਾ ਜੀ ਸਰੀਰ। ਉਹ ਕੈਰੋਂ ਜਦੋਂ ਉਹ ਦੁਰਯੋਧਨ ਦੇ ਭਰਾ ਸਨ, ਉਹ ਸਾਨੂੰ ਬਚਨ ਮਿਲਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ, 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜਣ ਖਾਈ, ਵੀ ਸਰੀਰਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਿਹਾ, ਖੀਰ ਨੂੰ ਗਿਰਜਾਂ ਨੇ ਖਾਧਾ ਸਰੀਰ। ਜਾਂ ਪਾਣੀ 'ਚ ਰੋੜ ਦਿੱਤਾ ਜਾਂਦਾ, ਜਾਂ ਧਰਤੀ 'ਚ ਨੱਪ ਦਿੱਤਾ ਜਾਂਦਾ ਹੈ, ਤੇ ਜਾਂ ਫਿਰ ਸੰਸਕਾਰ ਕੀਤਾ ਜਾਂਦਾ ਹੈ। ਤਿੰਨਾਂ ਤਰੀਕਿਆਂ ਨਾਲ ਹੀ ਸਰੀਰ ਮਿੱਟੀ 'ਚ ਮਿਲਦਾ ਹੈ। ਜਾਂ ਮਹਾਰਾਜ ਨੇ ਬਚਨ ਕਹੇ ਇੱਕ ਦੱਜੈ, ਇੱਕ ਨੂੰ ਸਾੜ ਦਿੱਤਾ ਜਾਂਦਾ ਹੈ ਵੀ ਸੰਸਕਾਰ। ਇੱਕ ਦੱਜੈ ਇੱਕ ਦੱਬੀਐ, ਕਈਆਂ ਨੂੰ ਮਿੱਟੀ 'ਚ ਦੱਬ ਦਿੱਤਾ ਜਾਂਦਾ ਹੈ। ਬਾਬਾ ਫਰੀਦ ਜੀ ਤਾਂ ਹੀ ਤੇ ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਉਹ ਤਨ ਨੇ ਖਾਕ ਹੋ ਜਾਣਾ ਹੈ, ਗੌਰ ਕਬਰ ਨੂੰ ਕਹਿੰਦੇ ਕਬਰਾਂ 'ਚ ਪੈ ਜਾਣਾ ਨੇ। ਜੇ ਨਹੀਂ ਵੀ ਕਿਸੇ ਤਰੀਕੇ ਨਾਲ ਕੋਈ ਬੋਡੀ ਨੂੰ ਸਾਂਭਿਆ ਜਾਂਦਾ, ਸੰਸਕਾਰ ਨਹੀਂ ਹੋ ਸਕਦਾ। ਕੋਈ ਪਾਣੀ 'ਚ ਪਾਉਣ ਵਾਲਾ ਨਹੀਂ ਹੈ, ਕੋਈ ਧਰਤੀ 'ਚ ਦੱਬਣ ਵਾਲਾ ਨਹੀਂ। ਫਿਰ ਬੋਡੀ 'ਚੋਂ ਕਿਰਮ ਪੈਦਾ ਹੁੰਦੇ ਆ, ਉਹ ਬੋਡੀ ਨੂੰ ਖਾ ਜਾਂਦੇ, ਸਾਰੀ ਨੂੰ ਆਪ ਵੀ ਖਤਮ ਹੋ ਜਾਂਦੇ। ਬੋਡੀ ਖਾ ਕੇ ਉਹ ਕਿਰਮ ਆਪ ਵੀ ਮਰ ਜਾਂਦੇ ਆ। ਮਹਾਰਾਜ ਕਹਿੰਦੇ ਨੇ ਸਮਾਈ ਜਾਣਾ ਇੱਕ ਦਿਨ। ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਕਹਿੰਦੇ ਕਈਆਂ ਨੂੰ ਕੁੱਤੇ ਖਾ ਜਾਂਦੇ ਆ। ਕਵੀ ਸੰਤੋਖ ਸਿੰਘ ਜਦੋਂ ਕਿਤੇ ਜੰਗ ਦੀ ਗੱਲ ਕਰਦੇ ਨੇ ਨਾ, ਉਹ ਕਹਿੰਦੇ ਆ ਵੀ ਉਹ ਗਿੱਦੜ ਆਉਣੇ ਸ਼ੁਰੂ ਹੋ ਜਾਂਦੇ ਸਨ ਜਦੋਂ ਰਾਤ ਨੂੰ ਲਾਸ਼ਾਂ ਦੇ ਢੇਰ ਲੱਗ ਜਾਂਦੇ ਹਨ। ਗਿਰਜਾਂ ਮੰਡਰਾਉਣ ਲੱਗ ਪੈਂਦੀਆਂ ਸੀ ਉੱਤੇ, ਇੱਥੇ ਲਾਸ਼ਾਂ ਦੇ ਢੇਰ ਲੱਗ ਜਾਂਦੇ ਹਨ। ਉਹ ਫਿਰ ਗਿਰਜਾਂ ਮਾਸ ਖਾਂਦੀਆਂ ਸਨ। ਉਹ ਗਿੱਦੜ ਨਿਕਲਦੇ, ਜਾਨਵਰ ਆਣ ਕੇ ਖਾ ਜਾਂਦੇ ਹਨ। ਜਾਨਵਰਾਂ ਤੋਂ ਵੀ ਨਹੀਂ ਕਈ ਵਾਰੀ ਲਾਸ਼ਾਂ ਖਾਧੀਆਂ ਜਾਂਦੀਆਂ। ਲਾਸ਼ਾਂ ਇੰਨੀਆਂ ਲੋਥਾਂ ਤੇ ਲੋਥਾਂ ਚੜ੍ਹ ਜਾਂਦੀਆਂ ਸਨ ਜਦੋਂ ਯੁੱਧ ਕਿਤੇ ਹੁੰਦਾ ਸੀ। ਇੱਕ ਨਾ ਕੁੱਤੇ, ਵੈਸੇ ਆਤਮਾ ਨੂੰ ਕੋਈ ਫਰਕ ਨਹੀਂ ਜੇ ਪੈਂਦਾ, ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ। ਸਰੀਰ ਨੂੰ ਆਤਮਾ ਛੱਡ ਕੇ ਬੋਡੀ ਨਾਲ ਜੋ ਮਰਜ਼ੀ ਕਰੋ, ਕੋਈ ਫਰਕ ਨਹੀਂ ਜੇ ਪੈਂਦਾ। ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਐ, ਇੱਕ ਭੀ ਫਿਰ ਹੱਸਣ ਪਾਏ। ਹੱਸਣ ਪਾਉਣ ਦਾ ਅਰਥ ਖੂਹ 'ਚ ਪਾ ਦਿੱਤੇ ਜਾਂਦੇ ਸਨ ਕਈ ਸਰੀਰ, ਖੂਹ 'ਚ ਸੁੱਟ ਦਿੱਤੇ ਜਾਂਦੇ ਹਨ। ਵੈਸੇ ਸੁੱਕੇ ਖੂਹ ਦੀ ਉੱਥੇ ਗੱਲ ਕਰਦੇ, ਸੁੱਕੇ ਖੂਹ 'ਚ ਸਰੀਰ ਪਾ ਦਿੱਤੇ ਜਾਂਦੇ ਹਨ। ਇਹਦੇ ਨਾਲ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਸਰੀਰ ਨਾਲ ਪਿੱਛੋਂ ਕੀ ਕੀਤਾ, ਉਹਦੇ ਤੇ ਘਿਓ ਪਾਓ, ਉਹਨੂੰ ਫੋਲ ਕੁਝ ਕਰੋ, ਕੱਪੜੇ ਮਹਿੰਗੇ ਪਾ ਕੇ ਤੋਰ ਦਿਓ, ਆਤਮਾ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸਾਡੀ ਕੌਮ ਦੇ ਅੰਦਰ ਇੰਨੇ ਸ਼ਹੀਦ ਹੋਏ ਨੇ, ਸਰੀਰ ਸਾਂਭੇ ਹੀ ਨਹੀਂ ਗਏ। ਬਾਬਾ
ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਆਪਾਂ ਗੱਲ ਕਰੀਏ, ਉਹ ਚੰਗੀ ਤਰ੍ਹਾਂ ਬੀਬੀ ਹਰਸ਼ਰਨ ਕੌਰ ਵਿਚਾਰੀ ਆਈ, ਉਹਨੇ ਅੱਧੇ ਕੁ ਸੰਸਕਾਰ ਹੋਏ। ਫਿਰ ਚਲੋ ਅਗਲੇ ਦਿਨ ਉਹ ਭਾਈ ਰਾਮ ਸਿੰਘ ਤੇ ਇੱਕ ਹੋਰ ਸਿੰਘ ਆਇਆ ਸੀ, ਉਹਨਾਂ ਨੇ ਫਿਰ ਥੋੜ੍ਹਾ ਜਿਹਾ ਵਧੀਆ ਤਰੀਕੇ ਨਾਲ। ਹੁਣ ਅਸੀਂ ਤੇ ਚਲੋ ਕੋਈ ਸਰੀਰ ਪਰਿਵਾਰ ਚੋਂ ਚਲਾ ਜਾਵੇ, ਉੱਥੇ 1000 ਬੰਦਾ ਇਕੱਠਿਆ ਹੋ ਕੇ ਸਰੀਰ ਉੱਤੇ ਕੱਪੜੇ ਵੀ ਪਾ ਲੈਂਦੇ, ਬਾਲਣ ਵੀ ਵਧੀਆ ਖਰੀਦ ਲੈਂਦਾ, ਉਹਦਾ ਸੰਸਕਾਰ ਵੀ ਕਰ ਦਿੰਦੇ, ਸਹਿਜ ਪਾਠ ਵੀ ਆਰੰਭ ਹੁੰਦਾ, ਅਸੀਂ ਭੋਗ ਵੀ ਪਾਉਣੇ, ਸਾਡੀ ਮਰਿਆਦਾ ਚਾਹੀਦਾ। ਪਰ ਬਹੁਤੇ ਸਾਡੇ ਸ਼ਹੀਦ ਹੋਏ ਮਹਾਰਾਜ ਨੂੰ ਸਮਾਂ ਹੀ ਨਹੀਂ ਮਿਲਿਆ ਕਿਤੇ ਉਹਨਾਂ ਦੀ ਯਾਦ 'ਚ ਬੈਠ ਕੇ ਬਾਣੀ ਵੀ ਪੜ੍ਹ ਸਕੀਏ। ਉਹ ਅਮਰ ਹੋ ਜਾਂਦਾ, ਸ਼ਹੀਦ ਅਮਰ ਹੈ। ਉਹਦੇ ਵਾਸਤੇ ਕੁਝ ਮਹਾਰਾਜ ਨੇ ਕਿਹਾ ਸੀ, ਦਇਆ ਸਿੰਘ ਇਹਨਾਂ ਵਾਸਤੇ ਕੁਝ ਕਰਨ ਦੀ ਲੋੜ ਨਹੀਂ ਹੈ, ਤੇ ਆਤਮਾ ਰੱਬ ਨਾਲ ਇੱਕਮਿਕ ਹੋ ਗਈ ਹੈ। ਬੜੀ ਵੱਡੀ ਪਦਵੀ ਹੈ ਸ਼ਹੀਦ ਦੀ। ਜਿਨ੍ਹਾਂ ਨੇ ਬੰਦਗੀ ਕੀਤੀ, ਜੋ ਉਹ ਕਹਿ ਗਏ ਜੋ ਮਰਜ਼ੀ ਸਰੀਰ ਨਾਲ ਕਰੋ, ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਬੰਦਿਆ, 5 ਤੱਤਾਂ ਦਾ ਤੇਰਾ ਸਰੀਰ ਬਣਿਆ, ਇੱਕ ਦਿਨ ਇਹਨੇ ਮਿੱਟੀ ਹੋ ਜਾਣਾ, ਉਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਰੱਬ ਨੂੰ ਜਪ। ਮਹਾਰਾਜ ਕਹਿੰਦੇ 3 ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਪਸਮੇਈ, ਜਾਂ ਜਲ ਚ ਪਾ ਦੇਣਾ, ਜਾਂ ਭਸਮ ਬਣ ਜਾਣਾ, ਜਾਂ ਕੂਕਰਾਂ ਨੇ ਖਾ ਜਾਣੀ ਬੋਡੀ। ਹੋਏ ਆਮਰੋ ਗ੍ਰਹਿ ਮੈਂ, ਕਹਿੰਦੇ ਤੂੰ ਤੇ ਗ੍ਰਹਿ ਸਰੀਰ ਨੂੰ ਕਿਹਾ, ਮਹਾਰਾਜ ਕਹਿੰਦੇ ਤੂੰ ਤੇ ਇਹਦੇ ਚ ਬੈਠ ਕੇ ਗ੍ਰਹਿ ਮੈਂ ਬੈਠਾ, ਅਮਰ ਹੋ ਕੇ ਬੈਠਾ, ਮੈਂ ਕਦੇ ਮਰਨਾ ਹੀ ਨਹੀਂ ਹੈ। ਭਗਤ ਕਬੀਰ ਜੀ ਨੇ ਇੱਕ ਸ਼ਬਦ ਵਰਤਿਆ, ਐਸੋ ਇਹੋ ਸੰਸਾਰ ਪੇਖਣਾ, ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੋ ਧੱਕਾ ਤੇ ਵਈ ਹੈ ਰੇ। ਭਗਤ ਜੀ ਕਹਿੰਦੇ ਸਿੱਧਾ ਸਿੱਧਾ ਬੰਦਿਆ ਤੁਰਿਆ ਚੱਲ, ਕਿ ਤੈਨੂੰ ਇਹ ਧੱਕਾ ਨਾ ਲੱਗ ਜੇ, ਤੂੰ ਸਮਝ ਲੈ ਵੀ ਮੈਂ ਕਦੇ ਮਰਨਾ ਹੀ ਨਹੀਂ। ਇੱਥੇ ਮਹਾਰਾਜ ਨੇ ਕਿਹਾ ਨਾ, ਹੋਏ ਆਮਰੋ ਗ੍ਰਹਿ ਮੈਂ ਬੈਠਾ, ਤੂੰ ਤੇ ਸਰੀਰ ਚ ਅਮਰ ਹੋ ਕੇ ਬੈਠਾ, ਸਮਝੀ ਬੈਠਾ ਵੀ ਮੈਂ ਕਦੇ ਮਰਨਾ ਹੀ ਨਹੀਂ ਹੈ। ਉਹ ਸਮਾਂ ਆਉਣ ਤੋਂ ਪਹਿਲਾਂ ਤੇਰੇ ਤੱਤ ਫਿਰ 5 ਤੱਤਾਂ ਚ ਮਿਲ ਜਾਣ, ਰੱਬ ਨੂੰ ਜਪ। ਮਹਾਰਾਜ ਸਾਨੂੰ ਚੇਤੇ ਵੀ ਕਰਾਉਂਦੇ, ਅੱਗਾ ਨੇੜੇ ਆਇਆ ਪਿੱਛਾ ਰਿਹਾ, ਮੌਤ ਦਾ ਸਮਾਂ ਨੇੜੇ ਹੈ, ਉਹ ਪਿਛਲਾ ਸਮਾਂ ਤੇ ਬਹੁਤ ਦੂਰ ਚਲਾ ਗਿਆ, ਜਨਮ ਤੇ ਬਹੁਤ ਦੂਰ ਰਹਿ ਗਿਆ। ਮਹਾਰਾਜ ਕਹਿੰਦੇ ਤੂੰ ਮਿੱਟੀ 'ਚ ਮਿਲ ਜਿਓ, ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਜਪ। ਭਗਤ ਕਬੀਰ ਜੀ ਦੀ ਸਾਖੀ ਦਾਸ ਨੇ ਸੁਣਾਈ ਵੀ ਸਿਵਿਆਂ 'ਚ ਜਾ ਕੇ ਅੱਲਾ ਅੱਲਾ ਜਪਦੇ ਹਨ। ਮਾਂ ਕਹਿੰਦੀ ਬੇਟਾ ਇੱਥੇ ਕਿਉਂ? ਭਗਤ ਜੀ ਕਹਿੰਦੇ ਆ ਕਿਸੇ ਦਾ ਸੰਸਕਾਰ ਹੁੰਦਾ ਵੇਖ ਕੇ ਨਾ, ਮਾਂ ਮੈਨੂੰ ਆਪਣੀ ਮੌਤ ਚੇਤੇ ਆਉਂਦੀ, ਉਹ ਕਬੀਰ ਆ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਅੱਲਾ ਜਪ ਲਾ, ਇਹ ਸਾਰਿਆਂ ਦੀ ਸਮਾਂ ਆਉਣਾ, ਜਿਹੜਾ ਆ ਸਾਹਮਣੇ ਵਾਲੀ ਬੋਡੀ ਨਾਲ ਹੋ ਰਿਹਾ, ਇਹ ਮੇਰੇ ਨਾਲ ਵੀ ਹੋਣਾ ਇੱਕ ਦਿਨ। ਤੇ ਮਹਾਰਾਜ ਕਹਿੰਦੇ ਉਹਨੂੰ ਜਪ, ਉਹ ਪ੍ਰਮਾਤਮਾ ਦਾ ਸਿਮਰਨ ਕਰ। ਤੇ ਅਸਲ ਦੇ ਅੰਦਰ ਨਾ ਇਹ ਉਸੇ ਸ਼ਬਦ 'ਚ ਆਪਾਂ ਜਿਹੜਾ ਰੱਬ ਕੀਤਾ ਸੀ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ। ਮਿੱਟੀ ਦਾ ਬਣਿਆ ਸਰੀਰ ਮਿੱਟੀ ਹੋ ਗਿਆ, ਮਿੱਟੀ 'ਚੋਂ ਹੀ ਬੰਦਾ ਪੈਦਾ ਹੋਇਆ, ਮਿੱਟੀ 'ਚ ਮਿਲ ਗਿਆ। ਇਹਦਾ ਮਤਲਬ ਜਨਮਿਆ ਵੀ ਨਹੀਂ ਸੀ, ਮਰਿਆ ਵੀ ਕੁਝ ਨਹੀਂ ਹੈ। ਉਹ ਤੇ ਪਹਿਲਾਂ ਸੀ, ਅੱਡਰਾ ਦੱਸਿਆ ਥੋੜਾ ਸਮਾਂ, ਫਿਰ ਉਹ ਉਸੇ 'ਚ ਹੀ ਚਲਾ ਗਿਆ। ਇਹ ਜਿਹੜੀ ਵਿਚਾਰ ਹੈ ਨਾ, ਗੁਰੂ ਸਾਹਿਬ ਕਹਿੰਦੇ ਬ੍ਰਹਮ ਗਿਆਨੀਆਂ ਦੇ ਕਰਨ ਵਾਲੀ ਹੈ। ਕੌਣ ਮੂਆ ਰੇ, ਕੌਣ ਚੜਾਈ ਕਰ ਗਿਆ? ਅਸੀਂ ਤੇ ਚਲੋ ਸਵੇਰੇ ਉੱਠੇ ਜੀ, ਪਿੰਡ ਚੋਂ ਖਬਰ ਮਿਲੀ ਉਹ ਫਲਾਣਾ ਬੰਦਾ ਚੜਾਈ ਕਰ ਗਿਆ ਜੀ, ਅਸੀਂ ਕਿਹਾ ਵੀ ਚਲਾ ਗਿਆ ਜੀ, ਉਹ ਆਇਆ ਸੀ ਤੇ ਚਲਾ ਗਿਆ। ਮਹਾਰਾਜ ਕਹਿੰਦੇ ਆਇਆ ਵੀ ਨਹੀਂ ਸੀ, ਗਿਆ ਵੀ ਨਹੀਂ ਹੈ। ਮਹਾਰਾਜ ਦੇ ਬਚਨ ਨੇ, ਨਹਿ ਕਿਛ ਜਨਮੈ ਨਹਿ ਕਿਛ। ਇਹ ਹੁਣ ਬ੍ਰਹਮ ਗਿਆਨੀਆਂ ਦੀ ਵਿਚਾਰ ਕਰਨ ਵਾਲੀ। ਸਾਡੇ ਵਾਸਤੇ ਤੇ ਉਹ ਫਲਾਣਾ ਬੰਦਾ, ਅਸੀਂ ਉਹ ਕਦੀ ਵੀ ਤਸਵੀਰ ਅੱਗੇ ਰੱਖੀ ਹੁੰਦੀ ਸੀ, ਇੰਨੇ 'ਚ ਜਨਮ ਹੋਇਆ, ਇੰਨੇ 'ਚ ਚਲਾ ਗਿਆ। ਮਹਾਰਾਜ ਕਹਿੰਦੇ ਕੋਈ ਜਨਮੇ ਨਾ ਸੀ, ਕੋਈ ਨਹੀਂ ਗਿਆ, ਸ਼ੁਰੂ ਤੋਂ ਸੀ, ਸ਼ੁਰੂ 'ਚ ਉਹ ਆਤਮਾ ਸ਼ੁਰੂ ਤੋਂ ਆਈ ਹੈ ਤੇ ਅਖੀਰ ਤੱਕ ਉਹਨੇ ਸੰਸਾਰ ਤੇ ਰਹਿਣਾ। ਸਰੀਰ ਬਣਿਆ ਥੋੜੇ ਸਮੇਂ ਬਾਅਦ, ਲਹਿਰਾਂ ਹੈ ਪਾਣੀ ਦੀਆਂ, ਅੱਡਰੀਆਂ ਦਿਸਦੀਆਂ ਸਮੁੰਦਰ ਨਾਲੋਂ, ਹੈ ਸਮੁੰਦਰ ਦੇ ਵਿੱਚ ਹੀ ਸਨ। ਉਹ ਵੱਖਰੀ ਗੱਲ। ਅੱਡਰੀਆਂ ਪਤਾ ਕਿਉਂ ਦਿਸੀਆਂ? ਉਹ ਹਵਾ ਦਾ ਪ੍ਰਭਾਵ, ਉਹ ਕੰਧ ਵਾਂਗੂ ਨਾ, ਜਲ ਕੀ ਭੀਤ ਪਵਨ ਕਾ ਥੰਬਾ। ਉਹ ਕੰਧ ਜਿਹਦੀ ਸਾਨੂੰ ਲਹਿਰ ਜਿਹੜੀ ਨਾ ਕੰਧ ਰੂਪ 'ਚ ਨਜ਼ਰ ਆਉਂਦੀ ਕਿਤੇ ਸਮੁੰਦਰ ਤੇ ਜਾਈਏ ਤਾਂ। ਮਹਾਰਾਜ ਕਹਿੰਦੇ ਉਹ ਅੱਡਰੀ ਨਹੀਂ ਸੀ, ਉਹ ਪਾਣੀ ਸੀ, ਉਹ ਜਾਲੀ ਸੀ। ਇਹਨੂੰ ਤੇ ਮਹਾਰਾਜ ਨੇ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ। ਰੱਬ ਇਹਦਾ ਅਰਥ ਅਸਲ ਵਿੱਚ ਪਤਾ ਕੀ ਹੈ? ਜਲ ਕੀ ਸੀ? ਬਰਫ਼ ਰੂਪ ਹੋ ਗਿਆ, ਜਲ ਪੱਥਰ ਬਣ ਗਿਆ।
ਤੇ ਸੂਰਜ ਕਿਰਨ ਮਿਲੀ, ਸੂਰਜ ਚੜਿਆ, ਸੂਰਜ ਦੀ ਕਿਰਨ ਉਸ ਬਰਫ਼ ਦੇ ਉੱਪਰ ਪਈ, ਜਲ ਦੇ ਉੱਪਰ ਜਿਹੜਾ ਸਖਤ ਹੋ ਚੁੱਕਿਆ ਸੀ, ਤੇ ਉਹ ਬਰਫ਼ ਤੋਂ ਫਿਰ ਜਲ ਬਣ ਗਿਆ। ਸੂਰਜ ਦੀ ਗਰਮੈਸ਼ ਨਾਲ ਉਹ ਜਲ ਸੀ ਬਰਫ਼ ਬਣ ਗਿਆ, ਸੂਰਜ ਦੀ ਕਿਰਨ ਪਈ, ਉਹ ਬਰਫ਼ ਤੋਂ ਫਿਰ ਜਲ ਬਣ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਵਰਮ ਜੋਤੀ, ਜੋਤ ਰਲੀ ਸੰਪੂਰਨ ਦਿਆਰਮ। ਜੋਤ ਆਈ ਸੀ ਕੁਝ ਸਮੇਂ ਬਾਅਦ ਤੇ ਰੱਬ ਨੇ 5 ਤੱਤਾਂ ਦਾ ਸਰੀਰ ਖੜਾ ਕਰ ਦਿੱਤਾ, ਜੋਤ ਵਿੱਚ ਰਹੀ, ਜੋਤ ਚਲੀ ਗਈ, ਮਾਟੀ ਮਾਟੀ ਹੋਈ, ਇੱਕ ਮਿੱਟੀ ਦਾ ਬਣਿਆ ਸਰੀਰ ਫਿਰ ਮਿੱਟੀ ਹੋ ਗਿਆ। ਕੁਛ ਨਹੀਂ ਸੀ ਆਇਆ, ਕੁਝ ਨਹੀਂ ਸੀ ਗਿਆ। ਨਹਿ ਕਿਸ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਮਾਟੀ ਮਾਟੀ ਹੋਈ ਏਕ, ਪਵਨੇ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਬਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ। ਰੋਬਨ ਹਾਰ ਕੇ ਕਵਨ ਟੇਕ ਦਾ ਪਤਾ ਅਰਥ ਕੀ ਹੈ? ਸਰੀਰ ਨੂੰ, ਬੋਡੀ ਨੂੰ ਅਸੀਂ ਰੋਦੇ ਹਾਂ। ਮਹਾਰਾਜ ਕਹਿੰਦੇ ਬੋਡੀ ਨੂੰ ਜੋ ਕੁਝ ਮਰਜ਼ੀ ਕਰੇ ਜੋ ਫਰਕ ਨਹੀਂ ਪੈਂਦਾ। ਅਗਲੀ ਕੇਸ਼ ਖਬਰ ਨਾ ਪਈ। ਆਤਮਾ ਕਿੱਥੋਂ ਆਈ ਸੀ, ਕਿੱਧਰ ਚਲੀ ਗਈ? ਆਈ ਸੀ ਸਰੀਰ 'ਚ, ਇਹਦਾ ਮਤਲਬ ਸੀ ਪਹਿਲਾਂ ਉਹ ਸਰੀਰ 'ਚ ਆ ਗਈ। ਆਪਾਂ ਕਿਤੇ ਜਾਂਦੇ ਆ, ਤੁਸੀਂ ਕਿਤੇ ਸਰਾਂ 'ਚ ਰਹਿੰਦੇ ਹੋ ਜਾ ਕੇ। ਇੱਕ ਵਾਰੀ 2 ਸਾਲ ਹੋ ਗਏ ਸੀ, ਹਜ਼ੂਰ ਸਾਹਿਬ ਗਏ, 4 ਕੁ ਦਿਨ ਉੱਥੇ ਰਹੇ। ਅਸੀਂ ਗਏ ਸੀ ਫਿਰ ਆ ਗਏ, ਮਕਾਨ ਤੇ ਉੱਥੇ ਹੀ ਹੈ। ਬਸ ਆਤਮਾ ਆਈ, ਸਰੀਰ ਬਣਿਆ। ਕਈ ਵਾਰੀ ਚਲੋ ਫਰਜ਼ੀ ਤੌਰ ਤੇ ਮੰਨ ਲਓ ਕਿ ਘੁੰਮਣ ਵਾਸਤੇ ਜਾਂਦਾ ਹੈ, ਉਹਨੇ ਇੱਕ ਟੈਂਟ ਛੋਟਾ ਜਿਹਾ ਨਾਲ ਲੈ ਕੇ ਜਾਂਦਾ, ਉਹ ਖੜਾ ਕਰਦਾ ਉੱਥੇ। ਉਹ ਜਦੋਂ ਵਾਪਸ ਆਉਣਾ ਉਹਨੂੰ ਸਮੇਟ ਕੇ ਫਿਰ ਸਾਰਾ ਕੁਝ ਲੈ ਆਉਂਦਾ। ਬਸ ਇਸ ਤਰ੍ਹਾਂ ਹੀ ਅਸੀਂ ਆਏ, ਇਸ ਤਰ੍ਹਾਂ ਹੀ ਉਸ ਵੀ ਨੇ। ਆਤਮਾ ਕਦੋਂ ਤੋਂ ਸ਼ੁਰੂ ਸੀ? ਇਹ ਬ੍ਰਹਮ ਗਿਆਨੀਆਂ ਦੇ ਵਿਚਾਰ ਕਰਨ। ਆਤਮਾ ਸੀ, ਸਿਰਫ ਬੋਡੀ 'ਚ ਆਈ, ਕੁਝ ਸਮਾਂ ਰਹੇ। ਉਹ ਇਹ ਨਿਜਮ ਹੈ ਰੱਬ ਦਾ ਵੀ ਕਿੰਨੇ ਸਾਲ ਕੋਈ ਰਹਿ ਸਕਦਾ, ਫਿਰ ਉਹ ਆਤਮਾ ਫਿਰ ਚਲੀ ਗਈ। ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਚਲਾ ਗਿਆ। ਇਹਦਾ ਮਤਲਬ ਮਰਿਆ ਨਹੀਂ ਹੈ, ਮਰਨ ਇਹ ਨਹੀਂ ਸ਼ਬਦ। ਇਹ ਤਾਂ ਚਲਤ ਪਿਆ, ਆਇਆ ਸੀ ਚਲੇ ਗਿਆ, ਹੈ ਹੁਣ ਵੀ ਹੈ। ਆਤਮਾ ਬਹੁਤ ਲੰਮੇ ਸਫ਼ਰ ਤੇ ਹੈ। ਹਾਂ, ਇੱਥੋਂ ਆ ਕੇ ਅਸੀਂ ਰੱਬ 'ਚ ਇਕਮਿਕ ਹੋ ਸਕਦੇ ਹਾਂ। ਮਹਾਰਾਜ ਨੇ ਬਹੁਤ ਵਾਰੀ ਬਚਨ ਕਹੇ, ਆ ਖੀਰਲਾ ਡੰਡਾ ਹੈ ਪੌੜੀ ਦਾ, ਉੱਪਰ ਮੰਜ਼ਲ ਹੈ, ਥੱਲੇ ਫਿਰ ਡਿੱਗ ਪਏ ਤੇ ਨਵਾਂ ਗੇੜ ਇੱਕ ਫਿਰ ਸ਼ੁਰੂ ਹੋਣਾ 84 ਦਾ। ਹੁਣ ਸਮਾਂ, ਹੁਣ ਮਿਲ ਸਕਦੇ ਅਸੀਂ ਰੱਬ ਦੇ ਨਾਲ, ਇਕਮਿਕ ਹੋ ਸਕਦੇ ਹਾਂ। ਉਹ ਕਹਿੰਦੇ ਕੋਈ ਬੰਦਾ ਸੀ, ਉਹ ਕਿਸੇ ਬਿਲਡਿੰਗ 'ਚ ਪ੍ਰਵੇਸ਼ ਕਰ ਗਿਆ, ਉਹਦੇ 84 ਦਰਵਾਜ਼ੇ ਹਨ, ਤੇ ਉਹ ਜਦੋਂ 84 ਦਰਵਾਜ਼ੇ ਸੀ ਤੇ ਉਹਨੇ ਬਾਹਰ ਨਿਕਲਣਾ ਸੀ, ਹੱਥ ਫੇਰਦਾ ਜਾਂਦਾ ਐਸੀ, ਉਹ ਸਿਰ ਤੋਂ ਗੱਜਾ। ਉਹ ਕਹਿੰਦੇ ਜਦੋਂ ਹੱਥ ਫੇਰਦਾ ਵੀ ਕੋਈ ਦਰਵਾਜ਼ਾ ਖੁੱਲ੍ਹਾ, ਜਿਹੜਾ ਦਰਵਾਜ਼ਾ ਖੁੱਲ੍ਹਾ ਸੀ ਉਹਦੇ ਕੋਈ ਉੱਤੇ ਕੀੜੀ ਵਗੈਰਾ ਨੇ ਡੰਗ ਮਾਰ ਦਿੱਤਾ, ਹੱਥ ਚੁੱਕਿਆ, ਤੁਰਿਆ ਜਾਂਦਾ ਸੀ, ਹੱਥ ਖਿਸਕ ਗਿਆ, ਉਹ ਫਿਰ ਗੇਟ 'ਚੋਂ ਦਰਵਾਜ਼ਾ ਖੁੱਸ ਗਿਆ। ਆਹ ਦਰਵਾਜ਼ਾ ਹੈ ਬਾਹਰ ਨਿਕਲਦਾ, ਤੇ ਖੁੱਸ ਗਿਆ ਨਾ, ਫਿਰ ਦੁਬਾਰਾ ਨਹੀਂ, ਫਿਰ ਸ਼ਾਇਦ ਉੱਥੇ ਚੱਕਰ ਤੇ ਉੱਥੇ ਆ, ਫਿਰ ਉਸ ਦਰਵਾਜ਼ੇ ਤੱਕ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ। ਮਹਾਰਾਜ ਨੇ ਕਹਿੰਦਾ 84 ਲੱਖ ਜੂਨ ਉਹ ਪਾਈ, 84 ਲੱਖ ਜੂਨ ਹੈ। ਜ਼ਰੂਰੀ ਨਹੀਂ ਇੱਕ ਜੂਨ 'ਚ ਇੱਕੇ ਵਾਰੀ ਅਸੀਂ ਆਏ ਹਾਂ। 84 ਲੱਖ ਤੇ ਜੂਨ ਹੈ। ਇਹ ਵੀ ਨਹੀਂ ਵੀ 1 ਜੂਨ 'ਚੋਂ ਇੱਕੇ ਵਾਰੀ ਸਾਡਾ ਖਾੜਾ ਛੁੱਟ ਗਿਆ, ਪਤਾ ਨਹੀਂ 1 ਜੂਨ 'ਚ ਕਿੰਨੇ ਵਾਰੀ ਅਸੀਂ ਆ ਚੁੱਕੇ ਹੋਵਾਂਗੇ। ਤੇ ਫਿਰ ਇਹ ਸਮਾਂ ਕਦੋਂ ਮਿਲੇਗਾ ਦੁਬਾਰਾ? ਮਹਾਰਾਜ ਰੋਜ਼ ਨਿਤਨੇਮ ਦੀ ਬਾਣੀ 'ਚ ਮਹਾਰਾਜ ਨੇ ਕਿਹਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਹੁਣ ਸਮਾਂ ਹੀ, ਹੁਣ ਮਿਲਣ ਦੀ ਵਾਰੀ ਹੈ। ਇਹ ਜਨਮ ਤੁਹਾਰੇ ਲੇਖੇ ਲੱਗਦੇ, ਕਿਆ ਕਰੀਏ ਅਨਕ ਜਨਮ, ਬਹੁਤ ਜਨਮ ਵਿਛਰੇ ਤੇ ਮਾਧੋ, ਅਨਕ ਜਨਮ ਬਹੁ ਜੋਨੀ ਭਰਮਿਆ, ਬੋਰ ਦੁੱਖ ਪਾ, ਵਾਰ-ਵਾਰ ਮੈਂ ਦੁੱਖ ਭੋਗਿਆ ਜੀ, ਪਤਾ ਨਹੀਂ ਪਿਛਲੀ ਜੂਨ ਕਿਹੜੀ, ਸੌਦੋਂ ਵੀ ਦੁੱਖ ਭੋਗਿਆ, ਹੁਣ ਵੀ ਇੱਥੇ ਦੁੱਖ ਹੀ ਭੋਗਿਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੇਰੀ ਕਿਰਪਾ ਨਾਲ ਹੀ ਮਨੁੱਖਾ ਦੇ ਮਿਲੀ ਹੈ। ਦੇਹੋ ਦਰਸ਼ ਹਰ, ਹੁਣ ਦਰਸ਼ਨ ਵੀ ਦੇ ਜੇ ਦੇ ਦਿੱਤੀ ਫਿਰ ਦਰਸ਼ਨ ਵੀ ਦੇ। ਇਹ ਤਰਲਾ ਲੈਣਾ ਚਾਹੀਦਾ ਸਾਨੂੰ, ਪਰ ਪਤਾ ਹੀ ਨਹੀਂ ਹੈ ਸਾਨੂੰ, ਇਸ ਪਾਸੇ ਅਸੀਂ ਆਉਂਦੇ ਹੀ ਨਹੀਂ ਹੈ। ਸਾਨੂੰ ਜਾਣਾ ਇੱਕ ਦਿਨ ਸਾਰਿਆਂ ਨੇ, ਹੋ ਸਕਦਾ ਅੱਜ ਸਾਡੇ ਮਨ 'ਚ ਵੀ ਗੱਲ ਹੋਵੇ, ਅੱਜ ਬਾਬਾ ਜੀ ਮੌਤ ਦੀਆਂ ਗੱਲਾਂ ਹੀ ਤੜਕੇ ਕਰਦੇ ਰਹੇ, ਜਾਣਾ ਤੇ ਇੱਕ ਦਿਨ ਸਾਰਿਆਂ ਨੇ, ਮਹਾਰਾਜ ਤੇ ਇਹੀ ਤੇ ਯਾਦ ਕਰਾਉਂਦੇ ਹਨ।
ਚਲੋ ਉਸ ਸ਼ਬਦ ਦੀ ਆਪਾਂ ਥੋੜੀ ਜਿਹੀ ਵਿਚਾਰ ਸੰਪੂਰਨ ਕਰਦੇ ਆਂ। ਅਗਲੀ ਕਿਛ ਖਬਰ ਨਾ ਪਾਈ, ਆਤਮਾ ਕਿੱਧਰ ਚਲੀ ਗਈ, ਕਿਸੇ ਨੂੰ ਖਬਰ ਨਹੀਂ ਪ੍ਰਾਪਤ। ਰੋਣ ਵਾਲੇ ਬੋਡੀ ਕੋਲ ਰੋਂਦੇ, ਅਗਲੀ ਗੱਲ ਕਿਸੇ ਨੇ ਜਾਣੀ ਕਿੱਧਰ ਚਲਾ ਗਿਆ। ਰੋਵਣ ਹਾਰ ਭੇ ਊਠ, ਇੱਕ ਰੋਇਆ ਪਰਿਵਾਰ ਰੋਇਆ, ਗਵਾਂਢੀ ਆ ਗਏ, ਰਿਸ਼ਤੇਦਾਰਾਂ ਨੂੰ ਫੋਨ ਹੋਣ ਲੱਗ ਪਏ, ਉਹ ਵੀ ਵੱਡੀਆਂ ਗੱਡੀਆਂ ਭਰ ਕੇ ਆਏ। ਮਹਾਰਾਜ ਕਹਿੰਦੇ ਬੇਸਮਝੀ ਤਰ੍ਹਾਂ ਰੋਈ ਗਏ, ਅਗਲੀ ਕਿਸੇ ਨੇ ਗੱਲ ਹੀ ਨਹੀਂ ਕੀਤੀ। ਉਹ ਤੇ ਚਾਹੀਦਾ ਸੀ ਚਲਾ ਗਿਆ ਬਾਣੀ ਪੜੋ ਰੋਇਆ ਕੀ ਹੋਣਾ ਜੀ। ਚਲੋ ਕਿਸੇ ਦਾ ਭਲਾ ਬਾਣੀ ਪੜਿਆ ਤੇ ਹੋ ਸਕਦਾ ਹੈ ਵੀ ਗੱਡੀਆਂ 'ਚ ਬਾਣੀ ਪੜ੍ਹਦੇ ਆਓ ਭਾਈ ਵਿਛੜੀ ਆਤਮਾ ਨੂੰ ਚੱਲੇ ਆ, ਪਿੱਛੋਂ ਹੱਸਦੇ ਆਉਂਦੇ ਨੇ ਸਰੀਰ ਉਤਰ ਲੱਗਾ, 2 ਮਿੰਟ ਰੋਏ, ਫਿਰ ਉਹ ਹਾਸਾ ਖੇਡਾ, ਸਿਆਸਤ ਦੀਆਂ ਗੱਲਾਂ, ਅਰਥੀ ਦੇ ਪਿੱਛੇ ਤੁਰੇ ਬੰਦੇ, ਮੂੰਹ ਜੋੜ ਜੜ ਗਿਆ ਕਿ ਕਿਹਦੀ ਸਰਕਾਰ ਬਣੇਗੀ, ਕੌਣ ਬਣੇਗਾ, ਕੌਣ ਹੋਏਗਾ। ਵਿਛੜੀ ਆਤਮਾ ਦਾ ਭਲਾ ਕਾਹਦੇ ਨਾਲ ਹੋਣਾ ਵੀ। ਅਸੀਂ ਬਾਣੀ ਪੜ੍ਹਨ ਵਾਸਤੇ ਉੱਥੇ ਇਕੱਠੇ ਹੁੰਦੇ ਆ ਵੀ ਜੇ ਆਤਮਾ ਚਲੀ ਗਈ ਇਹਦਾ ਭਲਾ ਹੁਣ ਗੁਰੂ ਸਾਹਿਬ ਨੇ ਕਰਨਾ ਹੈ। ਮਰਿਆਦਾ ਹੈ ਵੀ ਜਦੋਂ ਕੋਈ ਸਰੀਰ ਚੜ੍ਹਾਈ ਕਰਦਾ ਹੈ ਨਾ, ਨਾਲ ਦੀ ਨਾਲ ਸਹਿਜ ਪਾਠ ਆਰੰਭ ਕਰਾ ਦਈਏ, ਨਾਲ ਬੋਡੀ ਘਰੋਂ ਚੁੱਕਣ ਤੋਂ ਪਹਿਲਾਂ ਸਹਿਜ ਪਾਠ ਆਰੰਭ ਹੋਣਾ ਚਾਹੀਦਾ ਹੈ। ਕੀਰਤਨ ਹੋਵੇ ਕੋਲ, ਆਪ ਜੀ ਲਾਈਵ ਵੇਖਦੇ ਰਹਿੰਦੇ, ਜਦੋਂ ਕੋਈ ਕੀਰਤਨੀਆਂ ਸਿੰਘ ਸਾਹਿਬ ਕੋਈ ਚੜ੍ਹਾਈ ਕਰਦੇ ਉੱਥੇ ਕੀਰਤਨ ਹੁੰਦਾ ਹੈ। ਇਹ ਤਾਂ ਹੀ ਹੁੰਦਾ ਨਾ ਜੇ ਮਰਿਆਦਾ ਹੈ। ਸਿਫਾਰਿਸ਼ ਪਵਾਉਣੀ ਹੈ, ਭਲਾ ਤੇ ਗੁਰਬਾਣੀ ਨੇ ਕਰਨਾ। ਸਾਡੇ ਰੋਣ ਨਾਲ ਕਿਸੇ ਦਾ ਕੋਲ ਬੋਡੀ ਕੋਲ ਬੈਠ ਕੇ ਕੋਈ ਕਿਸੇ ਦਾ ਭਲਾ ਨਹੀਂ ਹੋਣਾ। ਕਈ ਵਾਰੀ ਅੰਤਮ ਅਰਦਾਸ ਤੇ ਜਾਈਏ ਨਾ, ਬੀਬੀਆਂ ਦਰਬਾਰ 'ਚ ਵੀ ਰੋਈ ਜਾਂਦੀਆਂ, ਤੇ ਮੈਂ ਤੇ ਕਈ ਵਾਰੀ ਕਹਿ ਦਿੰਦਾ ਜੀ ਆਪਾਂ ਚੁੱਪ ਕਰ ਜਾਂਦੇ, ਹੁਣ ਤੁਸੀਂ ਪਹਿਲਾਂ ਰੋਵੋ, ਕਿੰਨਾ ਚਿਰ ਰੋਂਦੇ ਹੋ, ਫਿਰ ਆਪਾਂ ਕਥਾ ਸ਼ੁਰੂ ਕਰਾਂਗੇ। ਹੁਣ ਪਹਿਲਾਂ ਆਪਾਂ ਰੋ ਹੀ ਲਈਏ ਇੱਥੇ ਬੈਠ ਕੇ, ਫਿਰ ਕਥਾ ਫਿਰ ਸ਼ੁਰੂ ਕਰ। ਜੇ ਰੋਣ ਨਾਲ ਭਲਾ ਤਾਂ ਗਿਆਨ ਵਾਪਸ ਆ ਜਾਂਦਾ, ਫਿਰ ਚਲੋ ਭਾਈ ਰੋਨੇ ਆਪਾਂ। ਗੁਰਬਾਣੀ ਨੇ ਭਲਾ ਕਰਨਾ ਹੈ, ਜਿਉਂਦਿਆਂ ਖੁਦ ਪੜ੍ਹੀਏ, ਉਹਨੇ ਭਲਾ ਕਰਨਾ ਹੈ, ਨਾਲ ਸਾਡੇ ਜਾਣਾ ਹੈ। ਹਾਂ ਕੋਈ ਚਲਾ ਜਾਂਦਾ ਹੈ, ਉਹਦੇ ਭਲੇ ਵਾਸਤੇ ਪੜ੍ਹੀਏ। ਘਰੇ ਬੋਡੀ ਪਈ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਆਉਣ ਵਾਲੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣ, ਬਾਣੀ ਪੜ੍ਹਨ ਵਾਲੇ ਸਿੰਘ, ਕੀਰਤਨ ਹੋ ਰਿਹਾ ਹੋਵੇ, ਬਾਣੀ ਪੜ੍ਹਦੇ ਹੋਣ, ਉਹ ਵਿਛੜੀ ਆਤਮਾ ਦਾ ਭਲਾ, ਫਿਰ ਸਮਝੀਏ ਗੁਰੂ ਸਾਹਿਬ ਨੂੰ। ਆਹ ਲਾਣੀਆਂ ਚਲੋ ਜਿਹੜੀ ਰਹਿਤ ਮਰਿਆਦਾ 'ਚ ਨਾ ਨਹੀਂ ਲਿਖਿਆ ਵੀ ਲਾਣੀਆਂ ਦਾ ਪਾਠ ਕਰਨਾ ਹੈ, ਪਰ ਕਰਦੇ ਅਸੀਂ। ਪਤਾ ਗੁਰੂ ਇਹ ਮਰਿਆਦਾ ਕਿਉਂ ਬਣਾਈ ਸੀ? ਇਹਦੇ 'ਚ ਉਪਦੇਸ਼ ਬਹੁਤ ਵਧੀਆ ਹੈ ਵੀ ਨਾ ਜਲ ਲੇਫ ਤਲਾਈਆਂ ਨਾ ਭੋਜਨ। ਉਹ ਬੰਦੇ ਨਾਲ ਕੋਈ ਤਲਾਈਆਂ ਲੇਫ ਨਹੀਂ ਜੇ ਜਾਣੇ, ਆਹ ਕੁਝ ਜਾਣਾ ਜਿੱਥੇ ਬੈਠੇ ਹੋ। ਉਪਦੇਸ਼ ਬਹੁਤ ਵਧੀਆ। ਅਸੀਂ ਪੜ੍ਹਦੇ, ਸਾਡੇ ਸੰਸਕਾਰ ਕੀਤਾ, ਗੁਰਦੁਆਰੇ ਆਏ, ਚਾਹੀਦਾ ਸੀ ਘਰੇ ਸਹਿਜ ਪਾਠ ਆਰੰਭ ਹੋ ਜਾਂਦਾ, ਸੰਸਕਾਰ ਕਰਕੇ ਘਰੇ ਆਉਂਦੇ, ਫਿਰ ਬਾਣੀ ਲਾਣੀਆਂ ਪੜ੍ਹੀਆਂ ਜਾਂਦੀਆਂ, ਹੋਰ ਬਾਣੀ ਵਿੱਚੋਂ ਪੜ੍ਹ ਕੇ ਪਰਿਵਾਰ ਨੂੰ ਉਹਨਾਂ ਨੂੰ ਸਮਝ ਆ ਜਾਂਦੀ। ਨਾ ਭਾਈ, ਗੁਰੂ ਸਾਹਿਬ ਕਹਿੰਦੇ ਰੋਵਣ ਸਗਲ ਬਕਾਰੋ ਹੈ। ਗੁਰੂ ਕਹਿੰਦਾ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਾਤੇ ਹੀ ਤੁਮ ਲੋਕ ਸੁਣਾਵੋ। ਉਦੋਂ ਹੀ ਕਿਤੇ ਬੋਡੀ ਕੋਲ ਬੈਠੇਗੇ, ਕਿਤੇ ਸ਼ਬਦ ਅਸੀਂ ਸੁਣੇ ਹੁੰਦੇ ਨਾ, ਮਹਾਰਾਜ ਕਹਿੰਦੇ ਉਹ ਜਾਣ ਵਾਲਾ ਤੁਹਾਡਾ ਰੋਣ ਨਹੀਂ ਜੇ ਸੁਣਦਾ, ਆ ਤੁਹਾਡਾ ਰੋਣ ਨਾ ਰੱਬ ਨੇ ਸੁਣਨਾ। ਬਾਣੀ ਪੜੋ, ਭਲਾ ਕਰਨਾ ਹੈ, ਸ਼ਬਦ ਨੇ ਨਾਲ ਜਾਣਾ ਹੈ। ਕੀਰਤ ਸਾਥ ਚ ਲੰਥੂ ਹੈ, ਪਰ ਉਦੋਂ ਤੇ ਰੋਣ ਵੱਲ ਧਿਆਨ ਕੋਈ ਸੁਣਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਅਗਲੀ ਕਿਛ ਖਬਰ ਨਾ ਪਾਈ, ਕਿਸ ਪਾਸੇ ਨੂੰ ਚਲਾ ਗਿਆ। ਉਹ ਮਹਾਰਾਜ ਨੇ ਬਚਨ ਕਹੇ ਨਾ, ਕੋਈ ਚਲਾ ਜਾਂਦਾ ਤੇ ਉਹ ਫਿਰ ਉਹਨਾਂ ਦੇ ਸਰਾਧ ਕਰਾਏ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਕਿੱਥੇ ਚਲਾ ਗਿਆ? ਜਿੱਥੇ ਗਿਆ, ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਖਵਾ ਰਹੇ ਹੋ ਸਕਦਾ ਉਹ ਖਾਦਾ ਹੀ ਨਾ ਹੋਵੇ ਹੁਣ ਜਿੱਥੇ ਉਹ ਹੈ। ਉਹ ਭਾਈ ਕੀਰਤੀਆ ਸੀ, ਉਹ ਇੱਕ ਮਦਾਰੀ ਆ ਗਿਆ ਜੀ ਰਿਸ਼ ਦਾ ਤਮਾਸ਼ਾ ਵਿਖਾਉਣ, ਤੇ ਭਾਈ ਕੀਰਤੀਆ ਚੌਰ ਸਾਹਿਬ ਕਰ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਉੱਪਰ। ਤੇ ਉਹ ਤਮਾਸ਼ਾ ਬੜਾ ਵਧੀਆ ਲੱਗਾ, ਤੇ ਉਹ ਹੱਸਦਾ ਸੀ ਮਹਾਰਾਜ ਦੇ ਸਿਰਹਾਣੇ ਖੜਾ। ਭਾਈ ਕੀਰਤੀਆ ਉਹ ਕੋਈ ਮਦਾਰੀ ਲੱਗਾ, ਨਾਲੇ ਚੌਰ ਸਾਹਿਬ ਕਰ ਰਿਹਾ, ਮਹਾਰਾਜ ਵੀ ਵੇਖ ਰਹੇ ਨੇ। ਉਹ ਰਿਸ਼ ਬੜਾ ਨੱਚਦਾ ਟੱਪਦਾ ਸੀ ਤੇ ਹੱਸਦਾ ਸੀ ਪਿੱਛੇ। ਤੇ ਮਹਾਰਾਜ ਨੇ ਸਹਿਜੇ ਦੇ ਕਿਹਾ, ਕਹਿੰਦੇ ਉਹ ਭਾਈ ਕੀਰਤੀਆ ਤੈਨੂੰ ਪਤਾ ਰਿਸ਼ ਕੌਣ ਹੈ? ਕਹਿੰਦਾ ਜੀ ਰਿਛ ਹੀ ਹੈ। ਮਹਾਰਾਜ ਨੇ ਕਿਹਾ, ਕਹਿੰਦੇ ਤੇਰਾ ਬਾਪ ਹੀ। ਉਹ ਹੈਰਾਨ ਹੋ ਗਿਆ, ਕਹਿੰਦਾ ਜੀ ਮੇਰਾ ਬਾਪ? ਮਹਾਰਾਜ ਕਹਿੰਦੇ ਤੇਰੇ ਬਾਪ ਦੀ ਰੂਹ ਰਿਛ ਬਣ ਗਈ, ਰਿਛ। ਉਹ ਭਾਈ ਕੀਰਤੀਆ ਨੇ ਕਿਹਾ, ਮਹਾਰਾਜ ਕਹਿੰਦਾ ਕਮਾਲ ਦੀ, ਮੇਰਾ ਬਾਪ ਤੇ ਬੜੀ ਗੁਰੂ ਘਰ ਦੀ ਸੇਵਾ ਕਰਦਾ ਸੀ। ਮਹਾਰਾਜ ਉਹ ਰਿਛ ਕਿਉਂ ਬਣ ਗਿਆ ਜੀ? ਸੇਵਾ ਦਾ ਫਲ ਉਹਨੂੰ ਆ ਫਿਰ ਮਿਲਿਆ ਰਿਛ। ਮਹਾਰਾਜ ਕਹਿੰਦੇ ਸੇਵਾ ਤੇ ਉਹਨੇ ਬਹੁਤ ਕੀਤੀ। ਗੁਰੂ ਮਹਾਰਾਜ ਨੇ ਉਹ ਦੱਸਿਆ ਵੀ ਕਹਿੰਦੇ ਪ੍ਰਸ਼ਾਦ ਵਰਤਾ ਰਿਹਾ ਸੀ, ਇਹਦੀ ਡਿਊਟੀ ਅਸੀਂ ਲਾਈ ਸੀ ਵੀ ਤੂੰ ਪ੍ਰਸ਼ਾਦ ਵਰਤਾਉਣਾ। ਹਰੇਕ ਕਰਮ ਸਾਨੂੰ ਬੜੇ ਧਿਆਨ ਨਾਲ ਕਰਨਾ ਚਾਹੀਦਾ। ਡਿਊਟੀਆਂ ਸਾਡੀਆਂ ਗੁਰੂ ਤੇ ਰੱਬ ਨੇ ਲਾਈਆਂ ਜਿੱਥੇ ਵੀ ਬੈਠੇ ਆ।
ਮੰਨ ਲਓ ਕੋਈ ਪਦਵੀ ਤੇ ਬੈਠੋ, ਰਿਸ਼ਵਤ ਨਾ ਲੈ, ਡਿਊਟੀ ਰੱਬ ਨੇ ਲਾਈ ਹੋਈ ਉਹਦੀ, ਤੂੰ ਆਹ ਕੰਮ ਕਰਨਾ ਹੈ। ਮੈਂ ਇੱਥੇ ਬੈਠਾ, ਮੈਨੂੰ ਇਮਾਨਦਾਰੀ ਰੱਖਣੀ ਚਾਹੀਦੀ, ਗੁਰੂ ਸਾਹਿਬ ਦਾ ਤੇ ਭੈ ਡਰ ਰੱਖਣਾ ਚਾਹੀਦਾ ਹੈ। ਆਪ ਜਿੱਥੇ ਵੀ ਵਿਚਰਦੇ ਹੋ, ਇਹ ਡਿਊਟੀਆਂ ਰੱਬ ਨੇ ਲਾਈਆਂ ਸਾਡੀਆਂ। ਕਹਿੰਦੇ ਜੀ ਪ੍ਰਸ਼ਾਦ ਦੀ ਡਿਊਟੀ ਲਾਈ ਇਹ, ਤੇ ਪ੍ਰਸ਼ਾਦ ਵਰਤਾਉਂਦਾ ਸੀ। ਤੇ ਇੱਕ ਗੱਡਾ, ਕੋਈ ਗੱਡੇ ਤੇ ਨਾ ਫਸਲ ਲਈ ਜਾਂਦਾ ਸੀ ਕੋਈ ਜ਼ਿਮੀਂਦਾਰ, ਉਹ ਬੜੇ ਬਾਣੀ ਪੜ੍ਹਨ ਵਾਲਾ ਸਰੀਰ, ਗੁਰੂ ਦੇ ਅਦਬ ਭੈ 'ਚ ਰਹਿਣ ਵਾਲਾ, ਉਹ ਗੁਰੂ ਅਨੁਸਾਰੀ ਜੀਵਨ ਜਿਉਣ ਵਾਲਾ, ਉਹਦਾ ਮਨ ਕੀਤਾ ਵੀ ਚਲੋ ਸਮਾਪਤੀ ਤੇ ਹੋ ਗਈ, ਹੁਣ ਗੱਡਾ ਛੱਡ ਕੇ ਬੰਦਾ ਬਹਿ ਵੀ ਨਹੀਂ ਸਕਦਾ ਉਹਦੇ ਸੰਗਤ 'ਚ। ਉਹਨੇ ਆਖਿਆ ਚਲੋ ਵੀ ਸੰਗਤ ਤੇ ਨਹੀਂ ਕਰ ਸਕਿਆ, ਚਲੋ ਪ੍ਰਸ਼ਾਦ, ਇਹ ਵੀ ਬੜੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਪ੍ਰਸ਼ਾਦ। ਐਵੇਂ ਨਾ ਹੁਣ ਤੇ ਅਸੀਂ ਪ੍ਰਸ਼ਾਦ ਵੀ ਨਹੀਂ ਲੈਂਦੇ ਆ, ਚਲੋ ਸਾਡਾ ਨਾਮ ਬਹੁਤ ਲਾ ਦਿੰਦੇ, ਕਹਿੰਦੇ ਇਹ ਜ਼ਿਆਦਾ ਪ੍ਰਸ਼ਾਦ ਹੀ ਛਕਦੇ ਆ ਕਿਤੇ ਵੇਖਿਓ ਪ੍ਰਸ਼ਾਦ ਵਾਲੇ ਸਿੰਘਾਂ ਤੋਂ। ਵੈਸੇ ਲੈਣਾ ਚਾਹੀਦਾ ਰੋਜ਼, ਪਰ ਉਹ ਕਿਤੇ ਚਲੋ ਮਨ ਬਣੇ ਤੇ ਫਿਰ ਪ੍ਰਸ਼ਾਦ ਲੈਣਾ ਚਾਹੀਦਾ, ਵੀ ਇੱਕ ਬਖਸ਼ਿਸ਼ ਹੈ ਗੁਰੂ ਸਾਹਿਬ ਦੀ। ਤੇ ਪ੍ਰਸ਼ਾਦ ਲੈਂਦੇ ਇਹ ਨਹੀਂ ਕਹਿਣਾ ਚਾਹੀਦਾ ਘੱਟ ਕਿਤੇ ਵੀ। ਉਹ ਹੁਣ ਤੇ ਐ ਹੱਥ ਪਹਿਲਾਂ ਹੀ ਕੀਤਾ ਹੁੰਦਾ ਦੂਰੋਂ, ਉਹ ਭਲਿਆ ਲੈ ਲੈ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝ ਕੇ ਛਕੇਗਾ, ਕੋਈ ਤੇਰੀ ਸ਼ੁਕਰ ਨਹੀਂ ਵਧਾਉਣ ਵਾਲਾ, ਕੋਈ ਤੇਰਾ ਬਲੱਡ ਨਹੀਂ ਵਧੇਗਾ, ਕੋਈ ਕੁਝ ਨਹੀਂ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਕਿਰਪਾਨ ਭੇਟ ਹੋਈ ਹੈ, ਸਤਿਗੁਰਾਂ ਦਾ ਛਕਿਆ ਪ੍ਰਸ਼ਾਦ ਤੂੰ ਛਕ ਰਿਹਾ, ਉਹਦੇ 'ਚ ਤੇਰਾ ਕੋਈ ਨੁਕਸਾਨ ਨਹੀਂ ਹੈ। ਇਹ ਤੇ ਬਖਸ਼ਿਸ਼ ਸਮਝ ਕੇ ਛਕ, ਜਿੰਨਾ ਮਿਲਦਾ ਹੀ ਛਕ ਲੈਣਾ ਚਾਹੀਦਾ ਬੜੀ ਸ਼ਰਧਾ ਨਾਲ। ਕਹਿੰਦੇ ਉਹ ਗੱਡਾ ਛੱਡ ਕੇ ਵਿਚਾਰਾ ਵੀ ਚਲੋ ਪ੍ਰਸ਼ਾਦ ਹੀ ਲੈਣਾ, ਬਖਸ਼ਿਸ਼ ਹੈ ਗੁਰੂ ਸਾਹਿਬ ਦੀ, ਮੁੱਖ 'ਚ ਪਾਵਾਂਗਾ। ਉਹ ਜਦੋਂ ਆਇਆ ਨਾ ਪ੍ਰਸ਼ਾਦ ਲੈਣ ਵਾਸਤੇ, ਤੇ ਉਹਨੇ ਤੁਹਾਡੇ ਬਾਪ ਨੂੰ ਕਿਹਾ, ਉਹ ਕਹਿੰਦਾ ਵੀ ਥੋੜਾ ਜਲਦੀ ਗੱਡੇ ਤੁਰੇ ਜਾਂਦੇ ਨੇ ਤੇ ਬਖਸ਼ਿਸ਼ ਗੁਰੂ ਸਾਹਿਬ ਦੀ ਦੇ ਦਿਓ। ਤੇ ਉਹ ਧਿਆਨ ਨਾ ਦਿੱਤਾ ਉਹਨੂੰ। ਹਰੇਕ ਨਿੱਕੀ ਜਿਹੀ ਗੱਲ ਕੋਈ ਬੰਦਾ ਗੁਰੂ ਘਰ ਮੇਰੇ ਵਰਗਾ ਮਾਫ ਕਰ ਦੇਣਾ, ਚਲੋ ਇੱਥੇ ਆਣ ਕੇ ਨਾ ਮੇਰੇ ਵਰਗਾ 4 ਦਿਨ ਬੋਕਰ ਵੀ ਮਾਰ ਲੈਣਾ, ਉਹਨੂੰ ਵੀ ਐ ਹੁੰਦਾ ਵੀ ਮੈਂ ਇਹ ਤੇ ਹੁਣ ਬਸ ਮੈਂ ਉਹ ਐਸਾ ਕਈ ਵਾਰੀ ਹੋ ਜਾਂਦਾ ਸੇਵਾ ਲੱਗ ਜੇ ਕਿਸੇ ਦੀ। ਹੁਣ ਮੈਂ ਕਥਾ ਕਰਨਾ, ਮੈਂ ਵੀ ਕਹੀ ਜਾ ਮੈਂ ਹੀ ਬਸ ਕਥਾ ਕਰਦਾ, ਹੋਰ ਤੇ ਉਹ ਥੋੜਾ ਜਿਹਾ ਫਿਰ ਉਹ ਆ ਜਾਂਦਾ ਮੈਂ ਹੀ ਹੈ। ਪਰ ਇਹ ਗੱਲ ਸਮਝਣੀ ਚਾਹੀਦੀ ਹੈ, ਬਾਬੇ ਨਾਨਕ ਦਾ ਥੜਾ ਇੱਕ ਗਿਆ ਤੇ ਇੱਕ ਖੜਾ, ਤੇ ਬਹੁਤ ਆਏ ਤੇ ਬਹੁਤ ਨੇ ਆਉਣਾ, ਬਹੁਤ ਜਿੱਥੇ ਵੀ ਵਿਚਰਦੇ ਆ ਨਾ। ਬਾਬਾ ਫਰੀਦ ਜੀ ਨੇ ਆਹੀ ਤੇ ਗੱਲ ਕਹੀ ਸੀ, ਸੇਖ ਹਯਾਤੀ ਜਗ ਨਾ ਕੋਈ ਜਿਸ ਆਸਣ ਹਮ ਬੈਠੇ ਕੇਤੇ। ਜਿੱਥੇ ਅੱਜ ਉਹਨੇ ਸਾਨੂੰ ਬਿਠਾਇਆ ਨਾ, ਬੜੇ ਆ ਕੇ ਚਲੇ ਗਏ। ਤੂੰ ਹੁਣ ਵੇਖ ਤੂੰ ਇੱਥੇ ਬੈਠ ਕੇ ਕੀ ਕਰਨਾ, ਤੂੰ ਆਪਣੇ ਅੰਦਰ ਝਾਤ ਮਾਰ, ਤੂੰ ਕਿਹੋ ਜਿਹਾ ਇੱਥੇ ਬੈਠ ਕੇ ਜੀਵਨ ਜਿਉਣਾ। ਉਹਦੇ ਵੱਲ ਧਿਆਨ ਨਾ ਦੇਵੇ, ਪ੍ਰਸ਼ਾਦ ਨਾ ਦੇਵੇ। ਤੇ ਉਹ ਅੱਗੋਂ ਇਹਨੂੰ ਕਹਿੰਦਾ ਪ੍ਰਸ਼ਾਦ ਲੈਣ ਨੂੰ, ਕਹਿੰਦਾ ਕਿਵੇਂ ਰਿਛ ਦੀ ਤਰ੍ਹਾਂ ਦੂਜਿਆਂ ਦੇ ਉੱਪਰ ਦੀ ਤੁਰਿਆ ਹੋਣਾ। ਉਹ ਵਿਚਾਰਾ ਫਿਰ ਪਿੱਛੇ ਮੈਨੂੰ ਮੇਰੇ ਗੱਡੇ ਅੱਗੇ ਚਲੇ ਗਏ, ਭੱਜ ਕੇ ਮਿਲਣਾ ਔਖਾ ਹੋ ਜਾਣਾ। ਉਹ ਵਿਚਾਰਾ ਤਰਲੇ ਲੈਂਦਾ ਰਿਹਾ। ਤੇ ਇਹ ਅੱਗੋਂ ਕਹਿੰਦਾ ਤੂੰ ਰਿਛ ਦੀ, ਉਹ ਕਹਿੰਦਾ ਮੈਂ ਤੇ ਨਹੀਂ ਰਿਛ ਦੀ ਤਰ੍ਹਾਂ ਉਛਲਦਾ, ਮੈਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣਾ ਚਾਹੁੰਦਾ। ਅਸਲ ਦੇ ਅੰਦਰ ਰਿਛ ਤੂੰ ਹੀ ਹੈ, ਪ੍ਰਸ਼ਾਦ ਵਰਤਾਉਣ ਨੂੰ ਸਿੱਖ ਨੇ ਕਿਤੇ ਕਹਿ ਦਿੱਤਾ, ਰਿਛ ਤੇ ਮੈਨੂੰ ਤੂੰ ਲੱਗਦਾ। ਉਹ ਕਣਕਾਂ ਦੇਣ ਲੱਗਾ, ਕਿਸੇ ਦਾ ਥੱਲੇ ਡਿੱਗ ਪਿਆ, ਉਹਨੇ ਚੁੱਕ ਕੇ ਵਿਚਾਰੇ ਨੇ ਮੂੰਹ 'ਚ ਪਾਇਆ। ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝ ਕੇ ਚਲੇ ਗਿਆ। ਤੇ ਉਹ ਸਰੀਰ ਜਦੋਂ ਇਹਨੇ ਛੱਡਿਆ, ਪ੍ਰਸ਼ਾਦ ਵਰਤਾਉਣ ਵਾਲੇ ਨੇ ਮੇਰੇ ਵਰਗੇ ਨੇ, ਉਹ ਫਿਰ ਉਹ ਰਿਛ ਦੀ ਜੋਨੀ 'ਚ ਪਿਆ। ਉਹ ਸਿੱਖ ਦੇ ਬਚਨ ਸੱਚ ਹੋਏ, ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ। ਕਹਿੰਦੇ ਜੀ ਫਿਰ ਇਹਨੂੰ ਹੁਣ ਉਹ ਸਿੱਖ ਗੁਰੂ ਸਾਹਿਬ ਜੀ ਤੁਹਾਡੇ ਨਾਲੋਂ ਵੱਡਾ ਹੋ ਗਿਆ, ਉਹਦੇ ਬਚਨ ਸੱਚ ਹੋ ਗਏ। ਮਹਾਰਾਜ ਕਹਿੰਦੇ ਸਿੱਖ ਵੱਡਾ ਨਹੀਂ, ਹੁਣ ਰਿਛ ਬਣਿਆ, ਰਿਛ ਬਣ ਕੇ ਹੁਣ ਸਾਡੀ ਚਰਨ ਸ਼ਰਨ 'ਚ ਆ ਗਿਆ। ਕਹਿੰਦੇ ਹੁਣ ਇਹਨੂੰ ਕੜਾਹ ਪ੍ਰਸ਼ਾਦ ਹੀ ਛਕਾਓ, ਇਹਨੂੰ ਮੁਕਤ ਕਰਨਾ। ਕਹਿੰਦੇ ਜਾ ਲਿਜਾ ਕੜਾਹ ਪ੍ਰਸ਼ਾਦ ਇਹਨੂੰ ਛਕਾ। ਮਹਾਰਾਜ ਕਹਿੰਦੇ ਸਜ਼ਾ ਉਹ ਸਿੱਖ ਦੇ ਬਚਨ ਵੀ ਸੱਚੇ ਹੋਏ। ਮਹਾਰਾਜ ਵੀ ਕਹਿੰਦੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ। ਜਦੋਂ ਅਸੀਂ ਅਮਰਤੀਏ ਹੋ ਗਏ, ਜਾਂ ਅਸੀਂ ਮਰਿਆਦਾ ਤੋਂ ਉਲਟ ਹੋ ਕੇ ਆਪ ਉਧਰੇ ਹੋ ਕੇ ਜੀਵਨ ਜਿਉਣੇ ਆ, ਤੇ ਫਿਰ ਉਹ ਦੂਸਰੇ ਪਾਸੇ ਨੂੰ ਕਈ ਵਾਰੀ ਬੰਦਾ ਨਿਕਲ ਜਾਂਦਾ ਹੈ। ਹਾਂ, ਗੁਰੂ ਨਾਲ ਜੁੜ ਕੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਬੰਦਾ ਲੈ ਆਉਂਦਾ ਹੈ। ਮੂਲਾ ਉਹ ਦਰਵਾਜ਼ਾ ਬੰਦ ਕਰਦੇ, ਗੁਰੂ ਨਾਨਕ ਸਾਹਿਬ ਜੀ ਆਏ ਨੇ, ਸੱਪ ਲੜ ਕੇ ਮਰ ਜਾਂਦੇ। 10ਵੇਂ ਪਾਤਸ਼ਾਹ ਫਿਰ ਤਰਸ ਕਰਦੇ ਨੇ, ਉਹਦਾ ਉਧਾਰ ਕਰ ਦਿੰਦੇ। ਸ਼ਿਕਾਰ ਘਾਟ ਗੁਰਦੁਆਰਾ ਨੰਦੇੜ ਦੀ ਧਰਤੀ ਤੇ ਗੁਰੂ ਤਰਸ ਆ ਜੁੜਿਆਂ ਦਾ ਫਲ ਆ। ਚਲੋ ਹੋ ਸਕਦਾ ਜੀਵਨ 'ਚ ਸਾਡੇ ਕਮੀ ਰਹਿ ਜੇ ਆਉਣੇ ਆ, ਤੇ ਚਲੋ ਫਿਰ ਕਿਤੇ ਨਾ ਕਿਤੇ ਗੁਰੂ ਸਾਹਿਬ ਨਾਲ ਮੇਲ ਸਾਡਾ ਜ਼ਰੂਰ ਹੋਏਗਾ, ਮੁਕਤ ਸਾਨੂੰ ਜ਼ਰੂਰ ਕਰੇਗਾ ਗੁਰੂ। ਇਹ ਕਦੇ ਆ ਘਾਲਿਆ ਕਿਸੇ ਕਾ ਇੱਕ ਤੇਲ ਨਾ ਗਵਾਈਆ, ਸਾਡੀ ਜਿਹੜੀ ਘਾਲਣਾ ਹੈ ਨਾ ਉਹ ਗਵਾਏਗਾ ਨਹੀਂ। ਚਲੋ ਇੱਕ ਵਾਰੀ ਸੰਬੰਧ ਹੋ ਸਕਦਾ ਸਾਡੇ ਕਰਮਾਂ ਕਰਕੇ ਟੁੱਟ ਵੀ ਜਾਏ, ਤਰਸ ਗੁਰੂ ਫਿਰ ਜ਼ਰੂਰ ਕਰੇਗਾ। ਰਿਛ ਬਣਾ ਕੇ ਵੀ ਫਿਰ ਆਪਣੇ ਕੋਲ ਕਿਤੇ ਨਾ ਕਿਤੇ ਸੱਦੇਗਾ ਵੀ ਇਹਨੂੰ ਮੁਕਤ ਵੀ ਕਰਨਾ ਹੈ। ਫਿਰ ਮਹਾਰਾਜ ਕਹਿੰਦੇ ਕੜਾਹ ਪ੍ਰਸ਼ਾਦ ਇਹਨੂੰ ਦੇ। ਕੜਾਹ ਪ੍ਰਸ਼ਾਦ ਅੱਧੇ ਰੱਖਿਆ ਜੀ, ਛਕਦਿਆਂ ਨਾਲ ਹੀ ਉਹ ਰਿਛ ਸਰੀਰ ਛੱਡ ਗਿਆ। ਮਹਾਰਾਜ ਕਹਿੰਦੇ ਲੈ ਵੀ ਇਹ ਮੁਕਤ ਹੋ ਗਿਆ ਜੀ।
ਕਰਤਾ ਸੀ ਉਹਨੂੰ ਮੁਕਤ, ਸਾਡੀ ਸੇਵਾ ਕੀਤੀ ਹੈ। ਸੇਵਾ ਕਰਨ ਵਾਲਾ ਕਦੇ ਨਰਕਾਂ 'ਚ ਨਹੀਂ ਪੈ ਸਕਦਾ। ਹਾਂ ਉਹ ਕਰਮਾਂ ਦੀ ਗੱਲ। ਮਹਾਰਾਜ ਕਹਿੰਦੇ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ, ਉਹ ਸਿਆਣੇ ਮਨੁੱਖ। ਚਤੁਰ ਤੇ ਸੁਜਾਨ ਦਾ ਅਰਥ ਹੈ ਕਿ ਚਤੁਰ ਦਾ ਦੂਜਾ ਚਲਾਕ ਨਹੀਂ ਹੈ। ਮਹਾਰਾਜ ਕਹਿੰਦੇ ਜੇ